Hello students, welcome to my YouTube channel. Let's dive in. This is Rajwan. So today we will discuss a new chapter, respiration in organisms, which is taken from your 7th class NCERT book. So first of all, in this chapter we will do what are cells. So all living organisms are made up of small microscopic units. Microscopic ਤੁਹਾਨੂੰ ਸਭ ਨੂੰ ਪਤਾ ਹੀ ਹੈ, microscopic means small. ਮਾਈਕਰੋ ਦਾ ਮਤਲਬ ਹੁੰਦਾ ਹੈ ਸਮੋਲ, ਮਾਈਕਰੋ ਵਰਡ ਦਾ ਮੀਨਿੰਗ ਹੈ ਸਮੋਲ। ਸੋ ਮਾਈਕਰੋ ਮੀਨਸ ਸਮੋਲ ਕਿ ਛੋਟੇ ਛੋਟੇ ਯੂਨਿਟਸ ਹੁੰਦੇ ਨੇ ਜੋ ਕਿ ਸਾਰੇ ਆਪਸ ਵਿੱਚ ਜੁੜ ਕੇ ਟਿਸ਼ੂ ਬਣਾਉਂਦੇ ਨੇ। ਦੈਨ ਟਿਸ਼ੂ ਤੋਂ ਫਿਰ ਔਰਗਨਸ ਬਣਦਾ, ਦੈਨ ਔਰਗਨ ਸਿਸਟਮ ਬਣਦੇ ਆ। ਸੋ ਇਸੇ ਤਰ੍ਹਾਂ ਜਿੰਨੇ ਵੀ ਸਾਰੇ ਲਿਵਿੰਗ ਔਰਗੈਨਿਜ਼ਮਸ ਨੇ ਛੋਟੇ ਛੋਟੇ ਸੈਲਸ ਤੋਂ ਮਿਲ ਕੇ ਬਣਿਆ ਹੋਇਆ, ਔਰ ਉਹ ਸੈਲਸ ਅਗੇਨ ਛੋਟੇ ਛੋਟੇ ਮਾਈਕਰੋਸਕੋਪਿਕ ਯੂਨਿਟਸ ਤੋਂ ਮਿਲ ਕੇ ਬਣੇ ਹੋਏ ਨੇ। ਸੋ ਉਹਨਾਂ ਨੂੰ ਆਪਾਂ ਕਹਿੰਦੇ ਆ ਸੈਲਸ। ਸੋ ਨੈਕਸਟ ਇਜ਼ ਸੈਲੂਲਰ ਰੈਸਪੀਰੇਸ਼ਨ, ਦੀ ਪ੍ਰੋਸੈਸ ਆਫ ਬ੍ਰੇਕਡਾਊਨ ਆਫ ਫੂਡ ਇਨ ਦਾ ਸੈੱਲ। ਹੁਣ ਆਪਣੇ ਕੋਲ ਇੱਕ ਛੋਟਾ ਜਿਹਾ ਕੋਈ ਸੈੱਲ ਹੋਏਗਾ, ਠੀਕ ਹੈ, ਆਪਣੀ ਬਾਡੀ ਦੇ ਵਿੱਚ ਕੋਈ ਸੈੱਲ ਹੋਏਗਾ, ਕਿਸੇ ਵੀ ਲਿਵਿੰਗ ਔਰਗੈਨਿਜ਼ਮ ਦੀ ਆਪਾਂ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਛੋਟਾ ਜਿਹਾ ਕੋਈ ਸੈੱਲ ਹੋਏਗਾ, ਔਰ ਉਸ ਸੈੱਲ ਦੇ ਵਿੱਚ ਇੱਕ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਉਹ ਆਪਣਾ ਫੂਡ ਜਿਹੜਾ ਵਾ ਬ੍ਰੇਕ ਡਾਊਨ ਕਰਦਾ। ਅਸੀਂ ਫੂਡ ਖਾ ਰਹੇ ਹਾਂ ਤਾਂ ਫੂਡ ਕਿੱਥੇ ਜਾ ਕੇ ਬ੍ਰੇਕ ਡਾਊਨ ਹੁੰਦਾ ਵਾ, ਉਹ ਜਿਹੜਾ ਪ੍ਰੋਸੈਸ ਆ ਉਦੋਂ ਜਦੋਂ ਉਹ ਪ੍ਰੋਸੈਸ ਹੋਏਗਾ ਉਹਦੇ ਨਾਲ ਇੱਕ ਐਨਰਜੀ ਜਿਹੜੀ ਹੈ ਰਿਲੀਜ਼ ਹੁੰਦੀ ਆ। ਸੋ ਉਹਨੂੰ ਅਸੀਂ ਬੋਲਦੇ ਹਾਂ ਸੈਲੂਲਰ ਰੈਸਪੀਰੇਸ਼ਨ। ਸੈਲੂਲਰ ਰੈਸਪੀਰੇਸ਼ਨ, ਤੁਹਾਨੂੰ ਇਹ ਡੈਫੀਨੇਸ਼ਨ ਆ ਸਕਦੀ ਆ, ਡਿਫਾਈਨ ਆ ਸਕਦਾ ਕਿ ਸੈਲੂਲਰ ਰੈਸਪੀਰੇਸ਼ਨ ਕੀ ਹੁੰਦੀ ਆ। ਸੋ ਸੈੱਲ ਵਿੱਚ ਹੋਣ ਵਾਲੀ ਰੈਸਪੀਰੇਸ਼ਨ, ਸਿੱਧੀ ਜੀ ਗੱਲ ਆ ਕਿ ਸੈੱਲ ਦੇ ਵਿੱਚ ਜਦੋਂ ਐਨਰਜੀ ਜਿਹੜੀ ਆ ਰਿਲੀਜ਼ ਹੁੰਦੀ ਆ ਵਿਦ ਦੀ ਬ੍ਰੇਕਡਾਊਨ ਆਫ ਫੂਡ, ਤਾਂ ਉਹ ਪ੍ਰੋਸੈਸ ਜਿਹੜਾ ਉਹ ਸੈਲੂਲਰ ਰੈਸਪੀਰੇਸ਼ਨ ਕਹਾਉਂਦਾ ਵਾ। ਨੈਕਸਟ ਆ ਗਿਆ ਮਾਈਟੋਕਾਂਡਰੀਆ। ਮਾਈਟੋਕਾਂਡਰੀਆ ਕੀ ਹੁੰਦਾ, ਦੇਖੋ ਜਦੋਂ ਵੀ ਸੈਲੂਲਰ ਰੈਸਪੀਰੇਸ਼ਨ ਹੁੰਦੀ ਆ, ਜਦੋਂ ਵੀ ਐਨਰਜੀ ਰਿਲੀਜ਼ ਹੁੰਦੀ ਹੈ ਸੈਲਸ ਦੇ ਵਿੱਚ, ਇਹ ਐਨਰਜੀ ਸਾਰੇ ਹੀ ਔਰਗੈਨਿਜ਼ਮਸ ਦੇ ਵਿੱਚ ਜਿਹੜੀ ਆ ਰਿਲੀਜ਼ ਹੁੰਦੀ ਆ। ਸੋ ਉਹ ਜਿਹੜੀ ਐਨਰਜੀ ਰਿਲੀਜ਼ ਹੁੰਦੀ ਆ ਜਦੋਂ ਉਹ ਸੈਲੂਲਰ ਰੈਸਪੀਰੇਸ਼ਨ ਟੇਕ ਪਲੇਸ ਕਰਦਾ, ਮਤਲਬ ਜਦੋਂ ਹੁੰਦਾ ਤਾਂ ਇੱਕ ਸਪੈਸ਼ਲ ਸੈੱਲ ਔਰਗਨੈਲੀ ਦੇ ਵਿੱਚ ਕਰਦਾ ਵਾ। ਤਾਂ ਉਹ ਜਿਹੜੀ ਸਪੈਸ਼ਲ ਸੈੱਲ ਔਰਗਨੈਲੀ ਆ ਉਹਨੂੰ ਅਸੀਂ ਕਹਿੰਦੇ ਆ ਮਾਈਟੋਕਾਂਡਰੀਆ। ਤਾਂ ਉਹ ਜਿਹੜਾ ਸੈਲੂਲਰ ਰੈਸਪੀਰੇਸ਼ਨ ਹਮੇਸ਼ਾ ਹੀ ਜਦੋਂ ਵੀ ਉਹ ਹੋਏਗਾ ਤਾਂ ਉਹ ਇੱਕ ਸੈੱਲ ਔਰਗਨੈਲੀ ਦੇ ਵਿੱਚ ਹੋਏਗਾ, ਅਤੇ ਉਹਨੂੰ ਅਸੀਂ ਕਹਿੰਦੇ ਹਾਂ ਮਾਈਟੋਕਾਂਡਰੀਆ। ਸੋ ਨੈਕਸਟ ਇਜ਼ ਇੱਕ ਸਾਨੂੰ ਉਹਨਾਂ ਨੇ ਰਿਐਕਸ਼ਨ ਦਿੱਤੀ ਆ ਜਿਹਦੇ ਵਿੱਚ ਸਾਨੂੰ ਉਹਨਾਂ ਨੇ ਪ੍ਰੋਸੈਸ ਦੱਸਿਆ ਰੈਸਪੀਰੇਸ਼ਨ ਦਾ, ਕਿ ਰੈਸਪੀਰੇਸ਼ਨ ਜਿਹੜਾ ਪ੍ਰੋਸੈਸ ਆ ਉਹ ਕਿਸ ਤਰ੍ਹਾਂ ਹੁੰਦਾ, ਰਿਐਕਸ਼ਨ ਦੇ ਦੁਆਰਾ ਸਮਝਾਇਆ ਗਿਆ ਵਾ। ਦੀ ਪ੍ਰੋਸੈਸ ਆਫ ਰੈਸਪੀਰੇਸ਼ਨ ਕੁਡ ਬੀ ਸ਼ੋਨ ਐਜ਼, ਕਿੱਦਾਂ ਅਸੀਂ ਸ਼ੋ ਕਰ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਗਲੂਕੋਜ਼ ਹੋਏਗਾ, ਅਤੇ ਉਹਦੇ ਵਿੱਚ ਜਦੋਂ ਅਸੀਂ ਸਾਹ ਲੈਂਦੇ ਹਾਂ, ਜਦੋਂ ਅਸੀਂ ਰਿਸਪਾਇਰ ਕਰਦੇ ਹਾਂ, ਤਾਂ ਉਹ ਆਕਸੀਜਨ ਜਿਹੜੀ ਆ ਗਲੂਕੋਜ਼ ਨਾਲ ਮਿਕਸ ਅਪ ਹੋ ਕੇ ਅਸੀਂ ਜਦੋਂ ਬਾਹਰ ਕੀ ਕੱਢਦੇ ਹਾਂ, ਕਾਰਬਨ ਡਾਈਆਕਸਾਈਡ ਕੱਢਦੇ ਹਾਂ, ਵਾਟਰ ਜੋ ਕਿ ਸਵੈਟ ਦੇ ਫੋਰਮ ਦੇ ਵਿੱਚ ਨਿਕਲਦਾ, ਅਤੇ ਪਲੱਸ ਐਨਰਜੀ ਜੋ ਅਸੀਂ ਵਰਕ ਕਰਨ ਲਈ ਯੂਜ਼ ਕਰਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਸ ਦੇ ਵਿੱਚ ਕਿੱਦਾਂ ਇੱਕ ਦੂਜੇ ਨਾਲ ਰਿਲੇਟ ਕਰਦੀਆਂ। ਗਲੂਕੋਜ਼ ਸਾਡਾ ਜਿਹੜਾ ਫੂਡ ਤੋਂ ਮਿਲਦਾ ਸਾਨੂੰ, ਔਰ ਆਕਸੀਜਨ ਸਾਨੂੰ ਏਅਰ ਤੋਂ ਮਿਲਦੀ ਆ। ਜਦੋਂ ਗਲੂਕੋਜ਼ ਅਤੇ ਆਕਸੀਜਨ ਸਾਡੀ ਬਾਡੀ ਦੇ ਵਿੱਚ ਜਾ ਕੇ ਇਕੱਠੇ ਹੋ ਜਾਂਦੇ ਨੇ ਤਾਂ ਰਿਐਕਟੈਂਟਸ ਜਿਹੜੇ ਨੇ ਉਹ ਜਾ ਕੇ ਫਿਰ ਉਸ ਤੋਂ ਬਾਅਦ ਪ੍ਰੋਡਕਟ ਕੀ ਦਿੰਦੇ ਨੇ, ਪ੍ਰੋਡਕਟ ਦਿੰਦੇ ਨੇ ਕਾਰਬਨ ਡਾਈਆਕਸਾਈਡ, ਵਾਟਰ ਅਤੇ ਐਨਰਜੀ, ਜੋ ਕਿ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਕਾਰਬਨ ਡਾਈਆਕਸਾਈਡ ਅਸੀਂ ਬਰੀਦ ਆਊਟ ਕਰਦੇ ਹਾਂ, ਵਾਟਰ ਜੋ ਹੈ ਉਹ ਅਸੀਂ ਸਵੈਟ ਦੇ ਫੋਰਮ ਦੇ ਵਿੱਚ ਬਾਹਰ ਕੱਢ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਐਨਰਜੀ ਆ ਜਿਹੜੀ ਅਸੀਂ ਯੂਜ਼ ਕਰਦੇ ਹਾਂ ਟੂ ਡੂ ਵਰਕ। ਨੈਕਸਟ ਇਜ਼ ਦੀ ਐਰੋਬਿਕ ਰੈਸਪੀਰੇਸ਼ਨ। ਹੁਣ ਸਾਨੂੰ ਪਤਾ ਕਿ ਜਿਹੜੀ ਰੈਸਪੀਰੇਸ਼ਨ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ। ਤੁਹਾਨੂੰ ਪੁੱਛਿਆ ਜਾਏ ਕਿ ਰੈਸਪੀਰੇਸ਼ਨ ਜਿਹੜੀ ਆ ਉਹਦੀਆਂ ਕੀ ਟਾਈਪਸ ਨੇ, ਕਿੰਨੀਆਂ ਟਾਈਪਸ ਨੇ, ਤਾਂ ਤੁਸੀਂ ਦੱਸ ਸਕਦੇ ਹੋ ਕਿ ਉਹਦੀਆਂ ਦੋ ਟਾਈਪਸ ਨੇ। ਫਸਟ ਅਸੀਂ ਇੱਥੇ ਕਰ ਰਹੇ ਹਾਂ ਐਰੋਬਿਕ ਰੈਸਪੀਰੇਸ਼ਨ। ਹੁਣ ਉਹ ਵਾਲੀ ਰੈਸਪੀਰੇਸ਼ਨ ਜਿਹਦੇ ਵਿੱਚ ਗਲੂਕੋਜ਼ ਬ੍ਰੇਕ ਡਾਊਨ ਕਰਦਾ ਵਾ, ਬਟ ਵਿਦ ਦੀ ਯੂਜ਼ ਆਫ ਆਕਸੀਜਨ। ਲੈਟਸ ਰੀਡ ਦੀ ਡੈਫੀਨੇਸ਼ਨ। ਦੀ ਬ੍ਰੇਕਡਾਊਨ ਆਫ ਗਲੂਕੋਜ਼ ਫੂਡ ਅਕਰਸ ਵਿਦ ਦੀ ਯੂਜ਼ ਆਫ ਆਕਸੀਜਨ। ਮਤਲਬ ਕਿ ਹੁਣ ਉਹਦੇ ਵਿੱਚ ਆਕਸੀਜਨ ਯੂਜ਼ ਹੋ ਰਹੀ ਹੈ। ਫੋਰ ਐਗਜ਼ਾਮਪਲ ਅਸੀਂ ਆ, ਵੀ ਹਿਊਮਨ ਬੀਇੰਗਸ ਆ, ਅਸੀਂ ਵੀ ਲਿਵਿੰਗ ਔਰਗੈਨਿਜ਼ਮ ਆ, ਜਾਂ ਬਰਡਸ ਲਗਾ ਲਓ, ਜਿਵੇਂ ਐਗਜ਼ਾਮਪਲ ਦਿੱਤੀ ਹੈ ਇਹਨਾਂ ਨੇ, ਬਰਡਸ ਦੀ ਦੇ ਦਿੱਤੀ ਆ, ਲਿਜ਼ਰਡ ਦੀ ਦੇ ਦਿੱਤੀ ਆ, ਸਨੇਕਸ ਦੀ ਦੇ ਦਿੱਤੀ, ਅਰਥਵਰਮਸ, ਇਨਸੈਕਟ ਐਂਡ ਮੋਸਟ ਪਲਾਂਟਸ। ਪਲਾਂਟਸ ਵੀ ਕੀ ਨੇ, ਲਿਵਿੰਗ ਔਰਗੈਨਿਜ਼ਮਸ ਨੇ। ਆਲ ਦੇ ਕੈਰੀ ਆਊਟ
ਰੈਸਪੀਰੇਸ਼ਨ, ਸਾਰੇ ਸਾਹ ਲੈਂਦੇ ਆ। ਤਾਂ ਜਦੋਂ ਉਹ ਸਾਹ ਲੈਂਦੇ ਆ, ਜਦੋਂ ਰੈਸਪਾਇਰ ਕਰਦੇ ਆ, ਬਰੀਦ ਇਨ ਕਰਦੇ ਆ, ਦੈਨ ਕਿਹੜੀ ਚੀਜ਼ ਨੂੰ ਬਰੀਦ ਇਨ ਕਰਦੇ ਆ? ਆਕਸੀਜਨ ਨੂੰ। ਤਾਂ ਇਟ ਮੀਨਸ ਦੈਟ ਆਕਸੀਜਨ ਦੀ ਯੂਜ਼ ਨਾਲ ਉਹ ਆਪਣਾ ਫੂਡ ਬ੍ਰੇਕ ਕਰਦੇ ਆ। ਜਦੋਂ ਉਹ ਆਕਸੀਜਨ ਨੂੰ ਯੂਜ਼ ਕਰਕੇ ਆਪਣੇ ਫੂਡ ਨੂੰ ਬ੍ਰੇਕ ਡਾਊਨ ਕਰਦੇ ਆ ਤਾਂ ਅਸੀਂ ਉਸ ਰੈਸਪੀਰੇਸ਼ਨ ਨੂੰ ਕਹਿੰਦੇ ਆ ਐਰੋਬਿਕ ਰੈਸਪੀਰੇਸ਼ਨ। ਐਰੋਬਿਕ ਰੈਸਪੀਰੇਸ਼ਨ, ਐਰੋ ਦਾ ਮਤਲਬ ਇੱਥੋਂ ਏਅਰ ਤੋਂ ਵੀ ਹੁੰਦਾ। ਏਅਰ ਦੇ ਵਿੱਚ ਕੀ ਹੁੰਦਾ? ਆਕਸੀਜਨ। ਐਰੋ ਮੀਨਸ ਏਅਰ, ਔਰ ਏਅਰ ਦੀ ਪ੍ਰੈਜ਼ੈਂਸ ਦੇ ਵਿੱਚ ਫੂਡ ਬ੍ਰੇਕ ਡਾਊਨ ਹੋ ਰਿਹਾ। ਇਟ ਮੀਨਸ ਦੈਟ ਏਅਰ ਦੇ ਵਿੱਚ ਆਕਸੀਜਨ ਵੀ ਹੋਏਗੀ। ਤਾਂ ਇੱਥੋਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਲਰਨ ਕਰ ਸਕਦੇ ਹੋ ਕਿ ਐਰੋ ਮੀਨਸ ਏਅਰ, ਏਅਰ ਦੇ ਵਿੱਚ ਆਕਸੀਜਨ ਹੋਏਗੀ ਤਾਂ ਫੂਡ ਬ੍ਰੇਕ ਡਾਊਨ ਹੋਏਗਾ। ਔਰ ਇਹ ਜਿਹੜਾ ਫੂਡ ਬ੍ਰੇਕ ਡਾਊਨ ਹੁੰਦਾ ਹੈ ਇਹ ਸਾਰੇ ਹੀ ਲਿਵਿੰਗ ਔਰਗੈਨਿਜ਼ਮਸ ਵਿੱਚ ਹੋਏਗਾ। ਇਸੇ ਤਰ੍ਹਾਂ ਹੀ ਇਹਦੀ ਆਪਾਂ ਡੈਫੀਨੇਸ਼ਨ ਕਰ ਲੈਂਦੇ ਹਾਂ ਕਿ ਗਲੂਕੋਜ਼ ਆ, ਗਲੂਕੋਜ਼ ਦਾ ਫਾਰਮੂਲਾ ਦੈਟ ਇਜ਼ C6H12O6। ਆਕਸੀਜਨ 6 ਮੋਲੀਕਿਊਲਸ ਅਸੀਂ ਆਕਸੀਜਨ ਦੇ ਲੈ ਲਏ ਆ। ਅਤੇ ਜੋ ਐਗਜ਼ਾਮਪਲ ਅਸੀਂ ਪਿੱਛੇ ਰੀਡ ਕੀਤੀ ਸੀ ਸੇਮ ਉਹੀ ਆ ਕਿ ਇਹਦੇ ਵਿੱਚ ਕਾਰਬਨ ਡਾਈਆਕਸਾਈਡ, ਵਾਟਰ ਅਤੇ ਪਲੱਸ ਐਨਰਜੀ ਜੋ ਆ ਉਹ ਰਿਲੀਜ਼ ਹੋਏਗੀ, ਜਿਵੇਂ ਕਿ ਅਸੀਂ ਪਿੱਛੇ ਜਿਹੜੀ ਐਗਜ਼ਾਮਪਲ ਦੇ ਵਿੱਚ ਕਰ ਚੁੱਕੇ ਹਾਂ। ਸੋ ਨੈਕਸਟ ਇਜ਼ ਅਨੈਰੋਬਿਕ ਰੈਸਪੀਰੇਸ਼ਨ। ਹੁਣ ਆਪਾਂ ਪੜ੍ਹਿਆ ਸੀਗਾ ਕਿ ਦੋ ਤਰ੍ਹਾਂ ਦੀ ਜਿਹੜੀ ਰੈਸਪੀਰੇਸ਼ਨ ਹੁੰਦੀ ਆ। ਫਰਸਟ ਇਜ਼ ਐਰੋਬਿਕ। ਐਰੋਬਿਕ ਬਾਰੇ ਅਸੀਂ ਪੜ੍ਹ ਚੁੱਕੇ ਹਾਂ ਕਿ ਜੋ ਬ੍ਰੇਕ ਡਾਊਨ ਹੋ ਰਿਹਾ ਫੂਡ ਦਾ ਵਿਦ ਦੀ ਯੂਜ਼ ਆਫ ਆਕਸੀਜਨ ਹੋ ਰਿਹਾ। ਹੁਣ ਇੱਥੇ ਸਾਨੂੰ ਦੂਸਰੀ ਟਾਈਪ ਦਿੱਤੀ ਆ ਅਨੈਰੋਬਿਕ। ਅਨੈਰੋਬਿਕ, ਸੋ ਅਨੈਰੋਬਿਕ ਜਿਹੜੀ ਅਨੈਰੋਬਿਕ ਰੈਸਪੀਰੇਸ਼ਨ ਆ ਉਹਦੇ ਵਿੱਚ ਉਲਟਾ ਹੋਏਗਾ। ਜਿਹੜੀ ਐਰੋਬਿਕ ਸੀ ਉਹ ਅਸੀਂ ਯੂਜ਼ ਦੇ ਨਾਲ, ਆਕਸੀਜਨ ਦੀ ਯੂਜ਼ ਨਾਲ ਉਹਦੇ ਵਿੱਚ ਫੂਡ ਬ੍ਰੇਕ ਡਾਊਨ ਹੁੰਦਾ ਸੀ। ਅਨੈਰੋਬਿਕ ਜਿਹੜੀ ਆ ਉਹ ਵਿਦਾਊਟ ਆਕਸੀਜਨ ਜਿਹੜੀ ਆ ਉਹਦੇ ਵਿੱਚ ਫੂਡ ਜਿਹੜਾ ਬ੍ਰੇਕ ਡਾਊਨ ਹੋਏਗਾ। ਦ ਬ੍ਰੇਕ ਡਾਊਨ ਆਫ ਗਲੂਕੋਜ਼ ਫੂਡ ਅਕਰਸ ਵਿਦਾਊਟ ਦੀ ਯੂਜ਼ ਆਫ ਆਕਸੀਜਨ। ਸਿੰਪਲ ਜੀ ਗੱਲ ਆ, ਦੋਨੋਂ ਚੀਜ਼ਾਂ ਇੱਕ ਦੂਜੇ ਦੇ ਆਪੋਜ਼ਿਟ ਨੇ। ਐਰੋਬਿਕ ਆਕਸੀਜਨ ਦੀ ਹੈਲਪ ਦੇ ਨਾਲ ਫੂਡ ਬ੍ਰੇਕ ਡਾਊਨ ਕਰਦੀ ਸੀ ਰੈਸਪੀਰੇਸ਼ਨ, ਉਹ ਵਾਲੀ ਰੈਸਪੀਰੇਸ਼ਨ ਜਿਹਦੇ ਵਿੱਚ ਆਕਸੀਜਨ ਯੂਜ਼ ਹੁੰਦੀ ਆ, ਅਤੇ ਉਹ ਵਾਲੀ ਰੈਸਪੀਰੇਸ਼ਨ ਜਿਹਦੇ ਵਿੱਚ ਆਕਸੀਜਨ ਯੂਜ਼ ਨਹੀਂ ਹੁੰਦੀ, ਵਿਦਾਊਟ ਦੀ ਯੂਜ਼ ਆਫ ਆਕਸੀਜਨ ਹੁੰਦੀ ਆ, ਦੈਟ ਇਜ਼ ਅਨੈਰੋਬਿਕ ਰੈਸਪੀਰੇਸ਼ਨ। ਨੈਕਸਟ ਇਹਦੀ ਆਪਾਂ ਡੈਫੀਨੇਸ਼ਨ ਦੇਖ ਲੈਂਦੇ ਹਾਂ ਔਰ ਇੱਕ ਬਹੁਤ ਚੰਗੀ ਤਰੀਕੇ ਨਾਲ ਆਪਾਂ ਇੱਕ ਐਗਜ਼ਾਮਪਲ ਸਮਝ ਲੈਂਦੇ ਹਾਂ। ਔਰ ਜਿਹੜੀ ਹੁਣ ਤੁਸੀਂ ਪੁੱਛੋਗੇ ਕਿ ਇਹਦੀ ਐਗਜ਼ਾਮਪਲ ਕੀ ਆ, ਜਿਹੜੀ ਐਰੋਬਿਕ ਸੀ ਉਹਦੇ ਵਿੱਚ ਤਾਂ ਅਸੀਂ ਐਗਜ਼ਾਮਪਲ ਪੜ੍ਹ ਚੁੱਕੇ ਸੀ ਕਿ ਸਾਰੇ ਲਿਵਿੰਗ ਔਰਗੈਨਿਜ਼ਮਸ ਨੇ ਜਿੰਨੇ ਵੀ ਜੋ ਮੂਵ ਕਰਦੇ ਆ, ਜੋ ਬਰੀਦ ਕਰਦੇ ਆ, ਜੋ ਫੀਲ ਕਰਦੇ ਨੇ, ਉਹ ਸਾਰੇ ਉਹਨਾਂ ਦੀ ਐਗਜ਼ਾਮਪਲ ਨੇ। ਹੁਣ ਇੱਥੇ ਐਗਜ਼ਾਮਪਲ ਕਿਹਦੀ ਆਉਂਦੀ ਹੈ? ਇੱਥੇ ਐਗਜ਼ਾਮਪਲ ਆਉਂਦੀ ਹੈ ਈਸਟ ਦੀ। ਧਿਆਨ ਨਾਲ ਸਾਰੇ ਬੱਚੇ ਕਰ ਲੈਣ ਇਹਨੂੰ ਕਿ ਅਨੈਰੋਬਿਕ ਰੈਸਪੀਰੇਸ਼ਨ ਦੀ ਐਗਜ਼ਾਮਪਲ ਕੀ ਆ? ਈਸਟ। ਹੁਣ ਆਪਾਂ ਇਹਦੇ ਵਿੱਚ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਮੰਨ ਲਓ ਹੁਣ ਗਲੂਕੋਜ਼ ਬ੍ਰੇਕ ਡਾਊਨ ਹੋ ਰਿਹਾ। ਹੁਣ ਇੱਥੇ ਆਕਸੀਜਨ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਵਿਦਾਊਟ ਆਕਸੀਜਨ ਹੋ ਰਹੀ ਆ। ਜਿਹੜੀ ਅਨੈਰੋਬਿਕ ਰੈਸਪੀਰੇਸ਼ਨ ਆ ਦੈਟ ਇਜ਼ ਵਿਦਾਊਟ ਆਕਸੀਜਨ ਕੰਮ ਕਰੇਗੀ। ਹੁਣ ਇੱਥੇ ਸਾਨੂੰ ਆਕਸੀਜਨ ਨਹੀਂ ਦਿੱਤੀ, ਇੱਥੇ ਸਿਰਫ ਗਲੂਕੋਜ਼ ਬ੍ਰੇਕ ਡਾਊਨ ਹੋ ਰਿਹਾ ਔਰ ਉਹ ਕਿਹਦੇ ਵਿੱਚ ਪ੍ਰੋਡਿਊਸ ਹੋ ਰਿਹਾ? ਈਥਾਨੋਲ। ਈਥਾਨੋਲ ਹੈ ਕੀ ਹੈ? ਈਥਾਨੋਲ ਇੱਕ ਅਲਕੋਹਲ ਆ, ਐਲਕੋਹਲ ਆ ਇਹ। ਈਥਾਨਲ ਕੀ ਆ? ਇੱਕ ਐਲਕੋਹਲ ਆ। ਅਤੇ ਕਾਰਬਨ ਡਾਈਆਕਸਾਈਡ ਤਾਂ ਬਾਹਰ ਨਿਕਲੇਗੀ। ਠੀਕ ਹੈ। ਔਰ ਇਹ ਜਿਹੜੀ ਐਗਜ਼ਾਮਪਲ ਆ, ਇਹ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇ ਦਿੰਦੇ ਹਾਂ ਕਿ ਮੰਨ ਲਓ ਤੁਸੀਂ ਇੱਕ ਬ੍ਰੈਡ ਲੈ ਰਹੇ ਹੋ ਔਰ ਉਸ ਬ੍ਰੈਡ ਨੂੰ ਤੁਸੀਂ 3 to 4 ਡੇਜ਼ ਦੇ ਲਈ ਇੱਕ ਪੋਲੀਥੀਨ ਦੇ ਵਿੱਚ ਕਵਰ ਕਰਕੇ ਰੱਖ ਦਿਓ। ਇਹ ਬ੍ਰੈਡ ਆ, ਇੱਕ ਪੋਲੀਥੀਨ ਦੇ ਵਿੱਚ ਆਪਾਂ ਕਵਰ ਕਰਕੇ ਰੱਖ ਦਿੱਤੀ ਹੋਈ ਆ ਔਰ ਉਹਨੂੰ ਆਪਾਂ ਕਿਸੇ ਇਸ ਤਰ੍ਹਾਂ ਦੀ ਕੰਡੀਸ਼ਨਸ ਦੇ ਵਿੱਚ ਰੱਖਣਾ ਕਿ ਜਿੱਥੇ ਉਹਦੇ ਵਿੱਚ ਹਵਾ ਨਾ ਜਾ ਸਕੇ, ਆਕਸੀਜਨ ਨਾ ਜਾ ਸਕੇ। ਕਿਉਂ ਨਾ ਜਾ ਸਕੇ? ਕਿਉਂਕਿ ਇਹ ਰੈਸਪੀਰੇਸ਼ਨ ਅਸੀਂ ਵਿਦਾਊਟ ਆਕਸੀਜਨ ਕਰ ਰਹੇ ਹਾਂ। ਜਦੋਂ ਉਹਦੇ ਵਿੱਚ ਏਅਰ ਨਹੀਂ ਜਾਏਗੀ, ਆਕਸੀਜਨ ਨਹੀਂ ਜਾਏਗੀ ਤਾਂ ਓਬਵੀਅਸ ਉਹਦੇ ਵਿੱਚ ਇੱਕ ਸਮੈਲ ਆਉਣੀ ਸ਼ੁਰੂ ਹੋ ਜਾਏਗੀ। ਉਹਨੂੰ ਈਸਟ ਨੂੰ ਮਤਲਬ ਕਿ ਇੱਕ ਤਰ੍ਹਾਂ ਦੀ ਉਹਦੇ ਵਿੱਚੋਂ ਇੱਕ ਈਥਾਨੋਲ ਜਿਹੜੀ ਆ, ਅਲਕੋਹਲ ਜਿਹੜੀ ਆ ਉਹ ਪ੍ਰੋਡਿਊਸ ਹੋ ਜਾਏਗੀ ਅਤੇ ਨਾਲ ਦੀ ਨਾਲ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਪ੍ਰੋਡਿਊਸ ਹੋਏਗੀ। ਈਥਾਨੋਲ ਕਿਉਂ ਹੋਏਗੀ? ਕਿਉਂਕਿ ਵਿਦਾਊਟ ਆਕਸੀਜਨ ਹੋ ਰਹੀ ਹੈ। ਇੱਥੇ ਜੋ ਰੈਸਪੀਰੇਸ਼ਨ ਹੋ ਰਹੀ ਹੈ ਵਿਦਾਊਟ ਆਕਸੀਜਨ ਹੋ ਰਹੀ ਹੈ। ਪਹਿਲੀ ਗੱਲ ਤਾਂ ਉਹਨੂੰ ਫੰਗੀ ਲੱਗ ਜਾਏਗੀ, ਈਸਟ ਨੂੰ, ਬ੍ਰੈਡ ਨੂੰ, ਸੌਰੀ, ਠੀਕ ਹੈ, ਬ੍ਰੈਡ ਨੂੰ ਫੰਗੀ ਲੱਗ ਜਾਏਗੀ ਅਤੇ ਜਿਹੜੀ ਈਥਾਨੋਲ ਆ ਦੈਟ
ਵਿਲ ਗਿਵ ਦੀ ਸਮੈਲ ਆਫ ਐਲਕੋਹਲ, ਉਹਦੇ ਵਿੱਚੋਂ ਖੱਟੀ ਸਮੈਲ ਆਉਣੀ ਸ਼ੁਰੂ ਹੋ ਜਾਏਗੀ, ਜਿਹੜੀ ਕਿ ਐਗਜ਼ਾਮਪਲ ਕਿਹਦੀ ਆ, ਈਸਟ ਦੀ ਐਗਜ਼ਾਮਪਲ ਆ। ਆਈ ਹੋਪ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਹੋਏਗਾ। ਨੈਕਸਟ ਸਾਨੂੰ ਕੁਐਸਚਨ ਜਿਹੜਾ ਇੰਪੋਰਟੈਂਟ ਕੁਐਸਚਨ ਆ, ਜੋ ਕਿ ਅਕਸਰ ਹੀ NCERT ਦੀ ਐਗਜ਼ਾਮਸ ਦੇ ਵਿੱਚ 7th ਕਲਾਸ ਦੇ ਐਗਜ਼ਾਮ ਦੇ ਵਿੱਚ ਆ ਜਾਂਦਾ, ਲੌਂਗ ਬਣ ਕੇ ਸ਼ਾਰਟ ਬਣ ਕੇ, ਕਿ ਐਰੋਬਿਕ ਰੈਸਪੀਰੇਸ਼ਨ ਦਾ ਡਿਫਰੈਂਸ ਦੱਸੋ ਕੀ ਆ। ਹੁਣ ਅਗਰ ਸਾਨੂੰ ਇਹਨਾਂ ਦੀਆਂ ਡੈਫੀਨੇਸ਼ਨਸ ਚੰਗੀ ਤਰ੍ਹਾਂ ਸਮਝ ਆਈਆਂ ਹੋਣਗੀਆਂ, ਐਗਜ਼ਾਮਪਲ ਸਮਝ ਆਈਆਂ ਹੋਣਗੀਆਂ, ਸਾਨੂੰ ਰਿਐਕਸ਼ਨ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਤਾਂ ਓਬਵੀਅਸ ਅਸੀਂ ਇਹਨਾਂ ਦੀਆਂ ਡਿਫਰੈਂਸ ਨੂੰ ਵੀ ਚੰਗੀ ਤਰੀਕੇ ਨਾਲ ਕਰ ਸਕਦੇ ਹਾਂ। ਸੋ ਲੈਟ ਅਸ ਸੀ ਕਿ ਇਹਦੇ ਵਿੱਚ ਕੀ ਦਿੱਤਾ ਹੋਇਆ ਵਾ। Aerobic respiration, the kind of respiration takes place in the presence of oxygen, ਇਹ ਗੱਲ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਤੇ ਇਸ ਦੇ ਨਾਲ ਹੀ ਆਪਾਂ anaerobic ਪੜ੍ਹਦੇ ਹਾਂ। This type of respiration happens in the cells in the absence of oxygen, ਤੇ ਇਹ ਐਬਸੈਂਸ ਦੇ ਵਿੱਚ ਆ, ਜਾਂ ਤੁਸੀਂ ਵਿਦਾਊਟ ਆਕਸੀਜਨ ਲਿਖ ਸਕਦੇ ਹੋ ਜਾਂ ਤੁਸੀਂ ਐਬਸੈਂਸ ਆਫ ਆਕਸੀਜਨ ਲਿਖ ਸਕਦੇ ਹੋ, ਉਹ ਤੁਹਾਡੇ ਆਪਣੇ ਵਰਡਸ ਨੇ, ਤੁਸੀਂ ਜੋ ਮਰਜ਼ੀ ਚੂਜ਼ ਕਰ ਸਕਦੇ ਹੋ। ਸੈਕਿੰਡ ਪੁਆਇੰਟ ਕੀ ਹੈ ਇਹਦੇ ਵਿੱਚ, ਕਿ ਇਟ ਲੀਡਸ ਟੂ ਰਿਲੀਜ਼ ਆਫ ਹਾਈ ਅਮਾਊਂਟ ਆਫ ਐਨਰਜੀ। ਇਹਦੇ ਵਿੱਚ ਜੋ ਐਨਰਜੀ ਰਿਲੀਜ਼ ਹੁੰਦੀ ਆ, ਆਪਾਂ ਕਹਿ ਰਹੇ ਸੀਗੇ ਕਿ ਐਰੋਬਿਕ ਦੇ ਵਿੱਚ ਕਿਹੜੀਆਂ ਚੀਜ਼ਾਂ ਬਾਹਰ ਨਿਕਲੀਆਂ ਸੀ, ਕਾਰਬਨ ਡਾਈਆਕਸਾਈਡ ਬਾਹਰ ਨਿਕਲੀ ਸੀ, ਵਾਟਰ ਬਾਹਰ ਨਿਕਲਿਆ ਸੀ, ਅਤੇ ਪਲੱਸ ਐਨਰਜੀ ਜਿਹੜੀ ਆ ਉਹ ਰਿਲੀਜ਼ ਹੋਈ ਸੀ। ਔਰ ਇਸ ਟਾਈਮ ਜੋ ਐਨਰਜੀ ਰਿਲੀਜ਼ ਹੋਏਗੀ ਉਹ ਬਹੁਤ ਹੀ ਜ਼ਿਆਦਾ ਹਾਈ ਅਮਾਊਂਟ ਦੇ ਵਿੱਚ ਹੋਏਗੀ, ਜਿਹੜੀ ਅਮਾਊਂਟ ਹੈ ਐਨਰਜੀ ਦੀ ਉਹ ਜ਼ਿਆਦਾ ਹੋਏਗੀ। ਅਤੇ ਔਨ ਦਾ ਅਦਰ ਹੈਂਡ ਅਗਰ ਆਪਾਂ ਐਨੈਰੋਬਿਕ ਰੈਸਪੀਰੇਸ਼ਨ ਦੇ ਵਿੱਚ ਦੇਖੀਏ ਤਾਂ ਉੱਥੇ ਲੋ ਅਮਾਊਂਟ ਹੋਏਗੀ ਐਨਰਜੀ ਦੀ। ਐਨਰਜੀ ਜ਼ਰੂਰ ਉਹਦੇ ਵਿੱਚੋਂ ਵੀ ਨਿਕਲੇਗੀ, ਬਟ ਉਹ ਬੜੀ ਹੀ ਲੈਸ ਹੋਏਗੀ, ਮਤਲਬ ਕਿ ਥੋੜ੍ਹਾ ਨਾ ਮਾਤਰ ਹੀ ਹੋਏਗੀ, ਲੋ ਹੋਏਗੀ। ਨੈਕਸਟ ਐਗਜ਼ਾਮਪਲ ਦੱਸ ਸਕਦੇ ਹਾਂ ਆਪਾਂ ਕਿ ਕਿਹਦੇ ਵਿੱਚ ਜਿਹੜੀ ਆ ਐਰੋਬਿਕ ਰੈਸਪੀਰੇਸ਼ਨ ਹੁੰਦੀ ਆ। ਹਿਊਮਨ ਬੀਇੰਗਸ ਦੇ ਵਿੱਚ ਹੁੰਦੀ ਆ, ਅਤੇ ਹੋਰ ਬਹੁਤ ਸਾਰੇ ਐਨੀਮਲਸ ਦੇ ਵਿੱਚ ਹੁੰਦੀ ਆ। ਪਿੱਛੇ ਅਸੀਂ ਪੜ੍ਹ ਚੁੱਕੇ ਸੀਗੇ ਬਰਡਸ ਦੇ ਵਿੱਚ, ਇਨਸੈਕਟਸ, ਅਰਥਵੋਰਮਸ, ਇਹਨਾਂ ਦੇ ਵਿੱਚ ਕਿਹੜੀ ਰੈਸਪੀਰੇਸ਼ਨ ਹੁੰਦੀ ਆ, ਐਰੋਬਿਕ ਰੈਸਪੀਰੇਸ਼ਨ ਹੁੰਦੀ ਆ। ਨੈਕਸਟ ਅਨੈਰੋਬਿਕ ਰੈਸਪੀਰੇਸ਼ਨ ਈਸਟ ਹੋ ਗਿਆ, ਐਂਡ ਸਮਟਾਈਮਸ ਹਿਊਮਨ ਬੀਇੰਗਸ। ਹੁਣ ਐਗਜ਼ਾਮਪਲ ਆ ਗਈ ਇੱਥੇ ਹਿਊਮਨ ਬੀਇੰਗਸ, ਇਹ ਇੱਕ ਐਕਸੈਪਸ਼ਨ ਕੇਸ ਆ, ਇਹ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਕਿ ਹਿਊਮਨ ਬੀਇੰਗਸ ਦੇ ਵਿੱਚ ਜਦੋਂ ਅਨੈਰੋਬਿਕ ਰੈਸਪੀਰੇਸ਼ਨ ਹੁੰਦੀ ਆ ਤਾਂ ਉਦੋਂ ਕੀ ਹੁੰਦਾ ਵਾ, ਕੀ ਹਿਊਮਨ ਸਿਰਫ ਐਰੋਬਿਕ ਰੈਸਪੀਰੇਸ਼ਨ ਹੀ ਕਰਦੇ ਨੇ ਜਾਂ ਫਿਰ ਅਨੈਰੋਬਿਕ ਰੈਸਪੀਰੇਸ਼ਨ ਵੀ ਕਰਦੇ ਆ। ਇਹ ਦੋਨੋਂ ਤਰ੍ਹਾਂ ਦੀਆਂ ਰੈਸਪੀਰੇਸ਼ਨਸ ਕਰਦੇ ਨੇ। ਅਤੇ ਜਦੋਂ ਅਨੈਰੋਬਿਕ ਰੈਸਪੀਰੇਸ਼ਨ ਹੁੰਦੀ ਆ ਹਿਊਮਨ ਬੀਇੰਗਸ ਦੇ ਵਿੱਚ ਤਾਂ ਉਦੋਂ ਉਹ ਕੀ ਪ੍ਰੋਡਿਊਸ ਕਰਦੇ ਆ। ਇਹ ਆਪਣੇ ਕੋਲ ਇੱਕ ਐਕਸੈਪਸ਼ਨਲ ਕੇਸ ਆ, ਇਹ ਆਪਾਂ ਬਾਅਦ ਵਿੱਚ ਡਿਸਕਸ ਕਰਦੇ ਹਾਂ। ਨੈਕਸਟ ਇਸ ਤੋਂ ਬਾਅਦ ਆ ਗਿਆ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਪ੍ਰੋਡਕਟ ਬਣਦੀਆਂ ਨੇ ਅਤੇ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਰਿਐਕਟੈਂਟਸ ਹੁੰਦੀਆਂ ਨੇ। ਦੇਖੋ ਗਲੂਕੋਜ਼ ਦਾ ਰਿਐਕਟੈਂਟ ਹੋਏਗਾ ਹੀ ਐਰੋਬਿਕ ਦੇ ਵਿੱਚ। ਰਿਐਕਟੈਂਟਸ ਕਿਹੜੇ ਹੁੰਦੇ ਨੇ, ਜਿਵੇਂ ਇਹਦੇ ਵਿੱਚ ਗਲੂਕੋਜ਼ ਸੀ, ਗਲੂਕੋਜ਼ ਪਲੱਸ ਆਕਸੀਜਨ, ਉਹ ਕੀ ਸੀ, ਰਿਐਕਟੈਂਟ। ਜਦੋਂ ਆਪਸ ਦੇ ਵਿੱਚ ਦੋਨੋਂ ਮਿਲੇ ਤਾਂ ਪ੍ਰੋਡਕਟ ਕੀ ਦਿੱਤਾ ਇਹਨਾਂ ਨੇ, ਕਾਰਬਨ ਡਾਈਆਕਸਾਈਡ, ਵਾਟਰ ਐਂਡ ਐਨਰਜੀ। ਤਿੰਨ ਚੀਜ਼ਾਂ ਬਾਹਰ ਨਿਕਲੀਆਂ ਇਹਨਾਂ ਦੇ ਵਿੱਚੋਂ। ਪ੍ਰੋਡਕਟ ਕਿਹੜੇ ਹੁੰਦੇ ਨੇ, ਜਦੋਂ ਚੀਜ਼ਾਂ ਬਾਹਰ ਨਿਕਲਦੀਆਂ ਨੇ, ਅਤੇ ਰਿਐਕਟੈਂਟ ਜਿਹੜੀਆਂ ਚੀਜ਼ਾਂ ਨੂੰ ਮਿਕਸ ਕਰਕੇ ਪ੍ਰੋਡਕਟ ਬਣਦੇ ਨੇ ਉਹਨਾਂ ਨੂੰ ਅਸੀਂ ਰਿਐਕਟੈਂਟ ਕਹਿੰਦੇ ਹਾਂ। ਪ੍ਰੋਡਕਟ ਜਿਹੜੀਆਂ ਚੀਜ਼ਾਂ ਬਾਹਰ ਨਿਕਲਦੀਆਂ ਨੇ, ਜੋ ਪ੍ਰੋਡਕਟ ਬਣਦੀਆਂ, ਜੋ ਸਾਨੂੰ ਬਾਅਦ ਵਿੱਚ ਫਾਈਨਲ ਪ੍ਰੋਡਕਟ ਦਿੰਦੀਆਂ ਕਿ ਕੀ ਹੁਣ ਨਿਕਲਿਆ ਰਿਐਕਟੈਂਟਸ ਨੂੰ ਮਿਕਸ ਕਰਕੇ। ਅਨੈਰੋਬਿਕ ਰੈਸਪੀਰੇਸ਼ਨ ਦੇ ਜੋ ਪ੍ਰੋਡਕਟਸ ਨੇ ਉਹ ਕੀ ਨੇ, ਐਨੀਮਲ ਮਸਲ ਸੈਲਸ ਰਿਲੀਜ਼ ਲੈਕਟਿਕ ਐਸਿਡ ਐਂਡ ਈਸਟ ਰਿਲੀਜ਼ ਇਥਾਨੋਲ ਐਂਡ ਕਾਰਬਨ ਡਾਈਆਕਸਾਈਡ ਇਨ ਰੈਸਪੀਰੇਸ਼ਨ, ਅਨੈਰੋਬਿਕ ਰੈਸਪੀਰੇਸ਼ਨ। ਹੁਣ ਇੱਥੇ ਲੈਕਟਿਕ ਐਸਿਡ ਦੀ ਗੱਲ ਕੀਤੀ ਗਈ ਆ, ਲੈਕਟਿਕ ਐਸਿਡ ਦੀ ਗੱਲ ਕੀਤੀ ਗਈ ਹੈ, ਅਤੇ ਲੈਕਟਿਕ ਐਸਿਡ ਇੱਥੇ ਕਿਹਦੇ ਨਾਲ ਰਿਲੇਟ ਕਰਦਾ, ਲੈਕਟਿਕ ਐਸਿਡ ਇੱਥੇ ਉਹਨਾਂ ਨੇ ਕਿਹਾ ਕਿ ਐਨੀਮਲ ਮਸਲ ਸੈਲ ਰਿਲੀਜ਼ ਕਰਦੇ ਆ। ਐਨੀਮਲ ਮਤਲਬ ਅਸੀਂ ਵੀ ਰਿਲੀਜ਼ ਕਰਦੇ ਹਾਂ, ਠੀਕ ਹੈ, ਅਸੀਂ ਵੀ ਇਹਦੇ ਵਿੱਚ ਆ ਜਾਂਦੇ ਹਾਂ ਐਨੀਮਲ, ਕਿਉਂਕਿ ਮਸਲ ਸੈਲਸ ਸਾਡੇ ਕੋਲ ਵੀ ਨੇ। ਤਾਂ ਇਸ ਕਰਕੇ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਹੜੀ ਅਨੈਰੋਬਿਕ ਰੈਸਪੀਰੇਸ਼ਨ ਆ ਉਹ ਸਿਰਫ ਹਿਊਮਨ ਬੀਇੰਗਸ ਦੇ ਵਿੱਚ ਹੀ ਕਿਉਂ ਹੁੰਦੀ ਆ, ਦੂਸਰੇ ਮਤਲਬ ਈਸਟ ਦੇ ਨਾਲ ਹਿਊਮਨ ਬੀਇੰਗਸ ਦੇ ਵਿੱਚ ਵੀ ਕਿਉਂ ਹੁੰਦੀ ਆ, ਉਹਦਾ ਇਹੀ ਰੀਜ਼ਨ ਆ ਕਿ ਜਦੋਂ ਅਸੀਂ ਬਹੁਤ ਸਾਰੀ ਐਕਸਰਸਾਈਜ਼ ਕਰ ਲੈਂਦੇ ਹਾਂ, ਮੰਨ ਲਓ ਤੁਸੀਂ ਬਹੁਤ ਜ਼ਿਆਦਾ ਜੰਪ ਕਰ ਰਹੇ ਹੋ, ਰਨਿੰਗ ਕਰ ਰਹੇ ਹੋ, ਤੁਹਾਨੂੰ ਸ਼ਾਰਟੇਜ ਆਫ ਬਰੀਥ ਹੋ ਜਾਂਦੀ ਆ, ਸਾਹ ਚੜ੍ਹ ਜਾਂਦਾ ਇੱਕਦਮ, ਅਸੀਂ ਹਫ ਜਾਂਦੇ ਹਾਂ,
ਆਕਸੀਜਨ ਦੀ ਲੈਕ ਹੋ ਜਾਂਦੀ ਆ। ਤਾਂ ਜਦੋਂ ਸਾਡੀ ਬਾਡੀ ਦੇ ਵਿੱਚ ਆਕਸੀਜਨ ਘੱਟ ਜਾਂਦੀ ਆ, ਕਿਉਂਕਿ ਅਸੀਂ ਰਨਿੰਗ ਕਰ ਰਹੇ ਹਾਂ, ਰਨਿੰਗ ਕਰਦੇ ਹਾਂ ਤਾਂ ਆਕਸੀਜਨ ਘੱਟ ਜਾਂਦੀ ਆ ਬਾਡੀ ਵਿੱਚ, ਇਸ ਲਈ ਸਾਨੂੰ ਸਾਹ ਚੜ੍ਹ ਜਾਂਦਾ ਵਾ। ਜਦੋਂ ਸਾਡੀ ਬਾਡੀ ਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ ਤਾਂ ਸਾਡੀ ਬਾਡੀ ਜਿਹੜੀ ਆ ਉਹ ਇੱਕ ਐਸਿਡ ਪ੍ਰੋਡਿਊਸ ਕਰਦੀ ਹੈ, ਦੈਟ ਇਜ਼ ਕਾਲਡ ਲੈਕਟਿਕ ਐਸਿਡ। ਤਾਂ ਉਸ ਟਾਈਮ ਸਾਡੀ ਜਿਹੜੀ ਬਾਡੀ ਆ ਲੈਕਟਿਕ ਐਸਿਡ ਪ੍ਰੋਡਿਊਸ ਕਰਦੀ ਆ। ਤਾਂ ਇਹ ਕਿਹਦੇ ਕਰਕੇ ਹੁੰਦਾ? ਜਦੋਂ ਸਾਡੀ ਬਾਡੀ ਦੇ ਵਿੱਚ ਆਕਸੀਜਨ ਘੱਟ ਜਾਂਦੀ ਆ, ਐਬਸੈਂਸ ਹੋ ਜਾਂਦੀ ਆ। ਐਬਸੈਂਸ ਨਹੀਂ ਕਹੂੰਗੀ ਮੈਂ, ਲੈਕ ਕਹੂੰਗੀ, ਘੱਟ ਜਾਂਦੀ ਆ। ਅਤੇ ਉਦੋਂ ਇਹਦੇ ਵਿੱਚ ਬਾਡੀ ਦੇ ਵਿੱਚ ਕੀ ਹੁੰਦਾ? ਲੈਕਟਿਕ ਐਸਿਡ ਪ੍ਰੋਡਿਊਸ ਕਰਦੀ ਆ ਬਾਡੀ, ਅਤੇ ਜਿਹਦੇ ਨਾਲ ਸਾਡੇ ਮਸਲ ਕ੍ਰੈਂਪ ਬਣ ਜਾਂਦੇ ਨੇ। ਕੁਐਸਚਨ ਵੀ ਅੱਗੇ ਆਉਣਗੇ, ਆਪਾਂ ਉਹ ਵੀ ਡਿਸਕਸ ਕਰਾਂਗੇ ਕਿ ਕਿਉਂ ਬਣਦੇ ਆ ਮਸਲ ਕ੍ਰੈਂਪ ਆਫਟਰ ਹੈਵੀ ਐਕਸਰਸਾਈਜ਼ ਕਰਨ ਤੋਂ ਬਾਅਦ, ਹੈ ਨਾ, ਜਾਂ ਰਨਿੰਗ ਕਰ ਲੈਂਦੇ ਹਾਂ ਆਪਾਂ, ਜਾਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਲੈਂਦੇ ਹਾਂ, ਤਾਂ ਕਿਉਂ ਬਣਦੇ ਆ ਲੈਕਟਿਕ ਐਸਿਡ ਸਾਡੀ ਬਾਡੀ ਦੇ ਵਿੱਚ? ਉਹਦਾ ਇਹੀ ਕਾਰਨ ਆ ਕਿ ਜਦੋਂ ਸਾਨੂੰ ਸ਼ਾਰਟੇਜ ਆਫ ਬਰੀਥ ਹੋ ਜਾਂਦੀ ਆ, ਜਾਂ ਫਿਰ ਸਾਡੀ ਬਾਡੀ ਦੇ ਵਿੱਚ ਆਕਸੀਜਨ ਦੀ ਜਿਹੜੀ ਅਮਾਊਂਟ ਆ ਉਹ ਘੱਟ ਜਾਂਦੀ ਹੈ, ਤਾਂ ਫਿਰ ਸਾਡੀ ਬਾਡੀ ਲੈਕਟਿਕ ਐਸਿਡ ਬਣਾ ਦਿੰਦੀ ਆ, ਜਿਹਦੇ ਨਾਲ ਸਾਡੀ ਬਾਡੀ ਦੇ ਵਿੱਚ ਮਸਲ ਕ੍ਰੈਂਪ ਬਣ ਜਾਂਦੇ ਨੇ। ਤਾਂ ਇਹ ਅੱਗੇ ਕਿਵੇਂ ਠੀਕ ਹੁੰਦੇ ਨੇ? ਇਹਨੂੰ ਠੀਕ ਕਰਨ ਦੇ ਲਈ ਫਿਰ ਸਾਨੂੰ ਹੌਟ ਵਾਟਰ ਬਾਥ ਲੈਣਾ ਪੈਂਦਾ ਵਾ। ਗਰਮ ਪਾਣੀ ਦੇ ਨਾਲ ਨਹਾਉਣ ਤੋਂ ਬਾਅਦ ਸਾਡੀ ਬਾਡੀ ਦੇ ਵਿੱਚ ਪ੍ਰੋਪਰ ਜਿਹੜੀ ਆਕਸੀਜਨ ਦੀ ਸਪਲਾਈ ਆ, ਸਰਕੂਲੇਸ਼ਨ ਜਿਹੜਾ ਪ੍ਰੋਪਰ ਆਕਸੀਜਨ ਦਾ ਉਹ ਚੱਲ ਪੈਂਦਾ ਵਾ, ਅਤੇ ਉਹਦੇ ਨਾਲ ਜਿਹੜਾ ਲੈਕਟਿਕ ਐਸਿਡ ਆ ਅਗੇਨ ਕਾਰਬਨ ਡਾਈਆਕਸਾਈਡ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ, ਪਲੱਸ ਵਾਟਰ ਰਿਲੀਜ਼ ਕਰਦਾ ਵਾ। ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸਮਝ ਸਕਦੇ ਹਾਂ। ਆਈ ਹੋਪ ਤੁਹਾਨੂੰ ਡਿਫਰੈਂਸ ਚੰਗੀ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਅਗਰ ਤੁਹਾਨੂੰ ਸਮਝ ਆ ਗਿਆ ਤਾਂ ਤੁਸੀਂ ਕਮੈਂਟ ਦੇ ਵਿੱਚ ਯੈਸ ਲਿਖ ਕੇ ਸੈਂਡ ਕਰ ਦੇਣਾ। ਨੈਕਸਟ ਬਰੀਦਿੰਗ। ਬਰੀਦਿੰਗ ਵੀ ਇੱਕ ਪ੍ਰੋਸੈਸ ਆ। ਸਾਹ ਲੈਂਦੇ ਹਾਂ, ਸਾਹ ਬਾਹਰ ਕੱਢਦੇ ਹਾਂ। ਜਦੋਂ ਅਸੀਂ ਸਾਹ ਲੈਂਦੇ ਹਾਂ, ਟੇਕ ਇਨ ਕਰ ਰਹੇ ਹਾਂ ਜਦੋਂ ਅਸੀਂ ਏਅਰ ਨੂੰ, ਔਰ ਉਹਦੇ ਵਿੱਚ ਜਦੋਂ ਆਕਸੀਜਨ ਰਿਚ ਇਨ ਹੋਏਗੀ, ਮਤਲਬ ਏਅਰ ਰਿਚ ਇਨ ਹੋਏਗੀ, ਆਕਸੀਜਨ ਹੋਏਗੀ, ਆਕਸੀਜਨ ਨੂੰ ਅਸੀਂ ਜ਼ਿਆਦਾ ਅਮਾਊਂਟ ਵਿੱਚ ਅੰਦਰ ਲੈ ਕੇ ਜਾ ਰਹੇ ਹਾਂ, ਦੈਟ ਇਜ਼ ਟੇਕ ਇਨ ਕਰ ਰਹੇ ਹਾਂ ਏਅਰ ਨੂੰ, ਰਿਚ ਇਨ ਆਕਸੀਜਨ ਹੋਏਗੀ, ਅਤੇ ਉਦੋਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਆਕਸੀਜਨ ਨੂੰ ਅੰਦਰ ਲੈ ਕੇ ਜਾ ਰਹੇ ਹਾਂ। ਅਤੇ ਜਦੋਂ ਅਸੀਂ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢ ਰਹੇ ਹਾਂ, ਆਕਸੀਜਨ ਅਸੀਂ ਅੰਦਰ ਲੈ ਕੇ ਜਾ ਰਹੇ ਹਾਂ, ਕਾਰਬਨ ਡਾਈਆਕਸਾਈਡ ਅਸੀਂ ਬਾਹਰ ਕੱਢ ਰਹੇ ਹਾਂ, ਤਾਂ ਉਦੋਂ ਉਸ ਟਾਈਮ ਨੂੰ ਅਸੀਂ ਕੀ ਬੋਲ ਰਹੇ ਹਾਂ? ਉਸ ਪ੍ਰੋਸੈਸ ਨੂੰ ਅਸੀਂ ਕੀ ਬੋਲ ਰਹੇ ਹਾਂ? breathing. So it is the process in which air rich in oxygen is taken inside and air rich in carbon dioxide is given out with the help of respiratory organs. ਹੁਣ ਇੱਥੇ respiratory organs ਕਿਹੜੇ ਕੰਮ ਕਰ ਰਹੇ ਆ? ਨੋਜ਼ ਦੇ ਥਰੂ ਏਅਰ ਅੰਦਰ ਲੈ ਕੇ ਜਾ ਰਹੇ ਆ। ਦੈਨ ਉਹ ਏਅਰ ਕਿੱਥੇ ਜਾ ਰਹੀ ਹੈ? ਸਾਡੇ ਲੰਗਸ ਦੇ ਵਿੱਚ। ਲੰਗਸ ਦੇ ਵਿੱਚ ਕਿਹਦੇ ਥਰੂ ਜਾ ਰਹੀ ਆ? ਵਿੰਡ ਪਾਈਪ ਦੇ ਥਰੂ ਜਾ ਰਹੀ ਆ। ਸੋ ਇਹ ਜਿਹੜੇ ਤਿੰਨੋਂ ਔਰਗਨਸ ਨੇ, ਦੀਜ਼ ਆਰ ਕਾਲਡ ਰੈਸਪੀਰੇਟਰੀ ਔਰਗਨਸ। ਇਹ ਸਾਰੇ ਰੈਸਪੀਰੇਟਰੀ ਔਰਗਨਸ ਨੇ ਸਾਡੇ, ਜੋ ਸਾਡੀ ਬਰੀਦਿੰਗ ਦੇ ਵਿੱਚ ਸਾਡੀ ਹੈਲਪ ਕਰ। ਨੋਜ਼ ਦੇ ਥਰੂ ਅਸੀਂ ਸਾਹ ਲੈ ਕੇ ਜਾ ਰਹੇ ਹਾਂ, ਨੋਜ਼ ਦੇ ਵਿੱਚੋਂ ਆ ਰਹੀ ਆ ਹਵਾ ਨੋਜ਼ ਦੇ ਵਿੱਚ ਜਾਏਗੀ ਤਾਂ ਉਹ ਲੰਗਸ ਦੇ ਵਿੱਚ ਜਾਏਗੀ, ਬਟ ਕਿਹਦੇ ਥਰੂ ਜਾਏਗੀ? ਵਿੰਡ ਪਾਈਪ ਦੇ ਥਰੂ ਜਾਏਗੀ। ਸੋ ਨੈਕਸਟ ਇਜ਼ ਇਨਹੇਲੇਸ਼ਨ। ਇਨਹੇਲੇਸ਼ਨ ਮੀਨਸ ਟੇਕਿੰਗ ਏਅਰ ਰਿਚ ਇਨ ਆਕਸੀਜਨ ਇਨਟੂ ਆਵਰ ਬਾਡੀ। ਹਜੇ ਜਦੋਂ ਅਸੀਂ ਦੋਨਾਂ ਦੀ ਗੱਲ ਕਰ ਰਹੇ ਸੀਗੇ, ਜਦੋਂ ਅਸੀਂ ਕਹਿ ਰਹੇ ਸੀਗੇ ਕਿ ਆਕਸੀਜਨ ਅੰਦਰ ਜਾ ਰਹੀ ਆ ਅਤੇ ਕਾਰਬਨ ਡਾਈਆਕਸਾਈਡ ਬਾਹਰ ਨਿਕਲ ਰਹੀ ਆ, ਮੀਨਸ ਦੋਨੋਂ ਦਾ ਕਨਸੈਪਟ ਇਕੱਠਾ ਆਇਆ, ਤਾਂ ਉਸ ਟਾਈਮ ਅਸੀਂ ਕਹਾਂਗੇ ਕਿ ਅਸੀਂ ਕੀ ਕਰ ਰਹੇ ਹਾਂ? ਅਸੀਂ ਬਰੀਦਿੰਗ ਕਰ ਰਹੇ ਹਾਂ। ਪਰ ਇੱਥੇ ਸਿਰਫ ਹੁਣ ਇੱਕ ਦਾ ਹੀ ਕੌਨਸੈਪਟ ਹੈ, ਇੱਥੇ ਸਿਰਫ ਆਕਸੀਜਨ ਦਾ ਹੀ ਕੌਨਸੈਪਟ ਦਿੱਤਾ ਕਿ ਅਸੀਂ ਸਿਰਫ ਆਕਸੀਜਨ ਹੀ ਅੰਦਰ ਲੈ ਕੇ ਜਾ ਰਹੇ ਹਾਂ। ਔਰ ਵਰਡ ਇਨਹੇਲੇਸ਼ਨ ਦਾ ਮਤਲਬ ਕੀ ਹੋ ਗਿਆ? ਕਿ ਅੰਦਰ ਲੈ ਕੇ ਜਾ ਰਹੇ ਹਾਂ। ਇਨ ਵਰਡ ਤੋਂ ਹੀ ਸਾਨੂੰ ਪਤਾ ਚੱਲ ਰਿਹਾ ਕਿ ਅਸੀਂ ਕੋਈ ਚੀਜ਼ ਅੰਦਰ ਲੈ ਕੇ ਜਾ ਰਹੇ ਹਾਂ, ਦੈਟ ਇਜ਼ ਏਅਰ ਵਿਚ ਇਜ਼ ਰਿਚ ਇਨ ਆਕਸੀਜਨ। ਨੈਕਸਟ ਇਜ਼ ਐਗਜ਼ੇਲੇਸ਼ਨ। ਹੁਣ ਇੱਥੇ ਐਗਜ਼ੇਲੇਸ਼ਨ ਵਰਡ ਖੁਦ ਕਹਿ ਰਿਹਾ ਐਗਜ਼ੇਲੇਸ਼ਨ। ਐਗਜ਼ ਮੀਨਸ ਆਊਟ। ਅਸੀਂ ਇੱਥੇ ਇੱਕ ਚੀਜ਼ ਆਊਟ ਕਰ ਰਹੇ ਹਾਂ, ਗਿਵਿੰਗ ਆਊਟ ਕਰ ਰਹੇ ਹਾਂ। ਕਿਹੜੀ ਚੀਜ਼ ਗਿਵਿੰਗ ਆਊਟ ਕਰ ਰਹੇ ਹਾਂ? ਦੈਟ ਇਜ਼ ਰਿਚ ਇਨ ਕਾਰਬਨ ਡਾਈਆਕਸਾਈਡ। ਉਹ ਵਾਲੀ ਹਵਾ ਜਿਹਦੇ ਵਿੱਚ ਕਾਰਬਨ ਡਾਈਆਕਸਾਈਡ ਜ਼ਿਆਦਾ ਅਮਾਊਂਟ ਦੇ ਵਿੱਚ ਆਪਣੀ ਬਾਡੀ ਤੋਂ ਬਾਹਰ ਕੱਢ ਰਹੇ ਹਾਂ, ਟੂ ਦੀ ਐਕਸਟਰਨਲ ਇਨਵਾਇਰਮੈਂਟ, ਬਾਹਰ ਦੀ ਤਰਫ ਕੱਢ ਰਹੇ ਹਾਂ, ਬਾਹਰ ਇਨਵਾਇਰਮੈਂਟ ਦੀ ਤਰਫ ਕੱਢ ਰਹੇ ਹਾਂ। ਐਕਸ ਦਾ ਮਤਲਬ ਆਊਟ ਕਰ ਰਹੇ ਹਾਂ। ਸੋ ਦਿਸ ਇਜ਼ ਕਾਲਡ ਐਗਜ਼ੇਲੇਸ਼ਨ। ਇਨਹੇਲੇਸ਼ਨ ਅਤੇ ਐਗਜ਼ੇਲੇਸ਼ਨ ਦੋਨਾਂ ਦੀ ਡੈਫੀਨੇਸ਼ਨ ਵੀ ਸੇਮ ਆ, ਦੋਨਾਂ ਦੇ ਵਿੱਚ ਡਿਫਰੈਂਸ ਵੀ ਆ ਸਕਦਾ ਵਾ।
ਨੈਕਸਟ ਇਜ਼ ਬਰੀਦਿੰਗ ਰੇਟ। ਬਰੀਦਿੰਗ ਰੇਟ ਮਤਲਬ ਕਿ ਜਦੋਂ ਕੋਈ ਵੀ ਪਰਸਨ 1 ਮਿੰਟ ਦੇ ਵਿੱਚ ਕਿੰਨੀ ਵਾਰ ਸਾਹ ਲੈ ਰਿਹਾ, 1 ਮਿੰਟ ਦੇ ਵਿੱਚ ਬਰੀਦ ਕਰ ਰਿਹਾ, ਅਗਰ ਬਰੀਦ ਇਨ 1 ਮਿੰਟ ਕੋਈ ਪਰਸਨ ਕਿੰਨੇ ਟਾਈਮ ਸਾਹ ਲਿਆ, ਨੰਬਰ ਆਫ ਟਾਈਮਸ ਅ ਪਰਸਨ ਬਰੀਦਸ ਇਨ ਅ ਮਿੰਟ ਇਜ਼ ਟਰਮਡ ਐਜ਼ ਬਰੀਦਿੰਗ ਰੇਟ। ਹੁਣ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦੀ ਹਾਂ ਕਿ ਅਸੀਂ ਕਿੰਨੇ ਟਾਈਮ, ਇੱਕ ਪਰਸਨ ਆ ਜਿਹੜਾ ਕਿੰਨੇ ਨੰਬਰ ਆਫ ਟਾਈਮਸ ਉਹ ਬਰੀਦ ਕਰਦਾ, ਮੀਨਸ ਉਹਦਾ ਬਰੀਦਿੰਗ ਰੇਟ ਕੀ ਆ। ਸੋ ਤੁਹਾਨੂੰ ਦੱਸ ਦੇਵਾਂ ਕਿ 15 to 18 ਮਿੰਟ ਜਿਹੜਾ ਵਾ ਇੱਕ ਪਰਸਨ ਜਿਹੜਾ ਉਹ ਸਾਹ ਲੈਂਦਾ, ਠੀਕ ਹੈ, 1 ਮਿੰਟ ਦੇ ਵਿੱਚ, ਪਰ ਮਿੰਟ ਕਵਾਂਗੇ ਮੈਂ ਟਾਈਮਸ, 15 to 18 ਟਾਈਮਸ ਪਰ ਮਿੰਟ, ਕਿ 1 ਮਿੰਟ ਦੇ ਵਿੱਚ ਅਸੀਂ ਇੱਕ ਪਰਸਨ ਜਿਹੜਾ ਉਹ ਨੋਰਮਲ ਜਿਹੜਾ ਇਹ ਹੈਲਦੀ ਪਰਸਨ ਆ 15 to 18 ਟਾਈਮਸ ਜਿਹੜਾ ਉਹ ਬਰੀਦਿੰਗ ਰੇਟ ਮਤਲਬ ਉਹ ਸਾਹ ਲੈਂਦਾ 15 ਤੋਂ 18 ਵਾਰ 1 ਮਿੰਟ ਦੇ ਵਿੱਚ। ਸੋ ਉਹਦੇ ਉਸ ਟਾਈਮ ਨੂੰ ਅਸੀਂ ਕੀ ਬੋਲਦੇ ਹਾਂ, ਬਰੀਦਿੰਗ ਰੇਟ, ਉਹਦਾ ਬਰੀਦਿੰਗ ਰੇਟ ਹੋਏਗਾ। ਹਾਂਜੀ, ਨੈਕਸਟ ਆ ਗਿਆ, an adult human being can exhale and inhale and exhale 15 to 18 minutes 18 times in a minute. It is the average breathing rate of an adult human being. Average breathing rate ਆ ਜੋ ਹੁਣੇ ਆਪਾਂ ਗੱਲ ਕਰ ਚੁੱਕੇ ਹਾਂ 15 to 18 times per minute. Next is during heavy exercise. ਹੁਣ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਦੈਟ ਇਜ਼ ਫॉर ਅ ਹਿਊਮਨ ਹੈਲਦੀ ਬੋਡੀ, ਠੀਕ ਹੈ, ਹੈਲਦੀ ਅਗਰ ਆਪਾਂ ਕਿਸੇ ਇੱਕ ਪਰਸਨ ਦੀ ਗੱਲ ਕਰੀਏ ਤਾਂ ਉਹਦਾ ਬਰੀਦਿੰਗ ਰੇਟ ਹੋਏਗਾ 15 to 18 ਟਾਈਮਸ ਪਰ ਮਿੰਟ। ਹੁਣ ਇੱਥੇ ਅਸੀਂ ਹੈਵੀ ਐਕਸਰਸਾਈਜ਼ ਦੀ ਗੱਲ ਕਰੀਏ ਕਿ ਕੋਈ ਪਰਸਨ ਆ ਹੈਵੀ ਐਕਸਰਸਾਈਜ਼ ਕਰ ਰਿਹਾ ਤਾਂ ਉਹਦਾ ਜਿਹੜਾ ਬਰੀਦਿੰਗ ਰੇਟ ਆ ਦੈਟ ਕੈਨ ਇਨਕਰੀਜ਼ ਟੂ 25 ਮਿੰਟ ਪਰ 5 ਟਾਈਮਸ ਪਰ ਮਿੰਟ per minute. So during heavy exercise the breathing rate can increase to 25 times per minute. Because of this food gets broken down at a faster rate and thus makes us feel hungry. ਕਿਉਂ? ਕਿਉਂਕਿ ਫੂਡ ਜਿਹੜਾ ਉਹ ਫਾਸਟਰ ਰੇਟ 'ਤੇ ਐਕਸਰਸਾਈਜ਼ ਕਰ ਰਹੇ ਆ, ਰੇਟ ਜਿਹੜਾ ਉਹਦਾ ਜ਼ਿਆਦਾ ਹੋ ਗਿਆ ਬਰੀਦਿੰਗ ਰੇਟ, ਜਿੰਨਾ ਜ਼ਿਆਦਾ ਬਰੀਦਿੰਗ ਰੇਟ ਹੋਏਗਾ ਫੂਡ ਜਿਹੜਾ ਜਲਦੀ ਬ੍ਰੇਕ ਡਾਊਨ ਕਰੇਗਾ, ਫੂਡ ਜਲਦੀ ਬ੍ਰੇਕ ਡਾਊਨ ਕਰੇਗਾ, ਦੈਟਸ ਵਾਈ ਵੀ ਫੀਲ ਹੰਗਰੀ, ਤਾਂ ਉਸ ਤੋਂ ਬਾਅਦ ਅਸੀਂ ਥੋੜ੍ਹਾ ਹੰਗਰੀ ਫੀਲ ਕਰਦੇ ਹਾਂ। ਨੈਕਸਟ ਇੱਕ ਆਪਣੇ ਕੋਲ ਐਗਜ਼ਾਮਪਲ ਆ, ਕੁਐਸਚਨ ਵੀ ਆ ਜਾਂਦਾ ਇਹਦੇ ਵਿੱਚ ਕਿ ਵਾਈ ਮਾਊਂਟੇਨੀਅਰਸ ਕੈਰੀ ਆਕਸੀਜਨ ਸਿਲੰਡਰਸ ਵਿਦ ਦੈਮ when they when they go at high altitude। ਇਹ ਕੁਐਸਚਨ ਆ ਜਾਂਦਾ ਵਾ, ਇਹ ਕੁਐਸਚਨ ਬੁੱਕ ਦੇ ਵਿੱਚ ਵੀ ਹੈ, NCERT ਦੀ ਬੁੱਕ ਦੇ ਵਿੱਚ ਹੈ ਕਿ ਮਾਊਂਟੇਨੀਅਰਸ ਜਿਹੜੇ ਨੇ ਜਦੋਂ ਚੋਟੀਆਂ ਉੱਪਰ ਜਾਂਦੇ ਆ, ਪਹਾੜੀਆਂ ਉੱਪਰ ਜਾਂਦੇ ਆ ਤਾਂ ਆਪਣੇ ਨਾਲ ਆਕਸੀਜਨ ਸਿਲੰਡਰ ਨੂੰ ਕਿਉਂ ਕੈਰੀ ਕਰਦੇ ਆ ਜਦੋਂ ਜ਼ਿਆਦਾ ਹਾਈ ਐਲਟੀਟਿਊਡ 'ਤੇ ਚਲੇ ਜਾਂਦੇ ਆ, ਜ਼ਿਆਦਾ ਉਚਾਈ 'ਤੇ ਚਲੇ ਜਾਂਦੇ ਆ। The mountaineers carry oxygen cylinders with them for breathing because at high altitudes the amount of air available to a person for breathing is much less than at the ground level। ਕਿਉਂਕਿ ਗਰਾਊਂਡ ਲੈਵਲ 'ਤੇ ਸਾਡੇ ਕੋਲ ਜ਼ਿਆਦਾ ਏਅਰ ਹੁੰਦੀ ਆ ਬਰੀਦ ਕਰਨ ਲਈ, ਉਹਦੀ ਜਿਹੜਾ ਬਰੀਦਿੰਗ ਲਈ ਜਿਹੜੀ ਅਮਾਊਂਟ ਆਫ ਏਅਰ ਆ ਉਹ ਜ਼ਿਆਦਾ ਵਾ ਗਰਾਊਂਡ ਦੇ ਉੱਤੇ। ਬਟ ਜਿਵੇਂ ਜਿਵੇਂ ਅਸੀਂ ਉੱਪਰ ਜਾਵਾਂਗੇ ਜਿਹੜੀ ਏਅਰ ਆ ਉਹ ਕੀ ਹੁੰਦੀ ਜਾਂਦੀ ਆ, ਡਿਕਰੀਜ਼ ਹੁੰਦੀ ਜਾਂਦੀ ਆ। ਜਿੰਨੀ ਜ਼ਿਆਦਾ, ਹਾਂਜੀ ਇੱਥੇ ਸਮਝਾ ਰਹੀ ਹਾਂ ਮੈਂ ਤੁਹਾਨੂੰ, ਹਾਈ ਜਿੰਨੇ ਜ਼ਿਆਦਾ ਜਾਵਾਂਗੇ ਉਨੀ ਹੀ ਏਅਰ ਕੀ ਹੋਏਗੀ, ਡਿਕਰੀਜ਼ ਹੋਏਗੀ, ਅਤੇ ਜਿੰਨੇ ਜ਼ਿਆਦਾ ਅਸੀਂ ਗਰਾਊਂਡ ਦੇ ਉੱਤੇ ਰਵਾਂਗੇ ਹਵਾ ਸਾਨੂੰ ਉਨੀ ਪ੍ਰੋਪਰ ਜਿਹੜੀ ਆ ਅਮਾਊਂਟ ਦੇ ਵਿੱਚ ਮਿਲੇਗੀ ਬਰੀਦ ਕਰਨ ਦੇ ਲਈ। ਦੈਟਸ ਵਾਈ ਉਹਨਾਂ ਨੂੰ ਆਪਣੇ ਨਾਲ ਆਕਸੀਜਨ ਸਿਲੰਡਰਸ ਕੈਰੀ ਕਰਨੇ ਪੈਂਦੇ ਆ, ਕਿਉਂਕਿ ਉੱਪਰ ਜਾ ਕੇ ਉਹਨਾਂ ਨੂੰ ਬਰੀਦਿੰਗ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ। ਬਰੀਦਿੰਗ ਕਰਨ ਵਿੱਚ ਪ੍ਰੋਬਲਮ ਨਾ ਆਵੇ ਇਸ ਕਰਕੇ ਉਹ ਆਪਣੇ ਨਾਲ ਆਕਸੀਜਨ ਸਿਲੰਡਰਸ ਕੈਰੀ ਕਰਦੇ ਆ। ਨੈਕਸਟ ਦੀ ਮੈਕੈਨਿਜ਼ਮ ਆਫ ਬਰੀਦਿੰਗ ਕੈਨ ਬੀ ਅੰਡਰਸਟੂਡ ਬਾਏ ਦਾ ਫੋਲੋਇੰਗ ਪੁਆਇੰਟਸ। ਹੁਣ ਇੱਥੇ ਸਾਨੂੰ ਬਰੀਦਿੰਗ ਦਾ ਮੈਕੈਨਿਜ਼ਮ ਦੱਸ ਰਹੇ ਨੇ ਉਹ ਕਿ ਕਿੱਦਾਂ ਅਸੀਂ ਬਰੀਦਿੰਗ ਕਰਦੇ ਹਾਂ। ਨੋਰਮਲੀ ਵੀ ਟੇਕ ਇਨ ਏਅਰ ਥਰੂ ਆਵਰ ਨੋਸਟ੍ਰਿਲਸ, ਨੋਸਟ੍ਰਿਲ ਇੱਥੋਂ ਨੋਜ਼ ਤੋਂ ਹੀ ਆ ਕਿ ਠੀਕ ਹੈ, ਨੱਕ ਦੇ ਜਿਹੜੀਆਂ ਸਾਡੀਆਂ ਜਿਹੜੀ ਹੋਲਸ ਨੇ ਉਹਨਾਂ ਦੇ ਥਰੂ ਅਸੀਂ ਏਅਰ ਲੈ ਕੇ ਜਾਂਦੇ ਹਾਂ ਅੰਦਰ,
when we inhale air it passes through our nostrils into the nasal cavity, ਔਰ ਨੱਕ ਦੇ ਵਿੱਚ ਇੱਕ ਕੈਵਿਟੀ ਹੈ ਜਿਹਨੂੰ ਅਸੀਂ nasal cavity ਕਹਿੰਦੇ ਆ। from the nasal cavity the air reaches our lungs through the windpipe, ਔਰ ਇਹ ਮੈਂ ਪਹਿਲਾਂ ਚੀਜ਼ਾਂ ਤਿੰਨੋਂ ਹੀ organs ਬਾਰੇ ਗੱਲ ਕਰ ਚੁੱਕੀ ਹਾਂ, nose lungs windpipe, ਕੇ nose ਇਹ ਥਰੂ ਏਅਰ ਪਾਸ ਕਰਦੀ ਹੋਈ ਵਿੰਡ ਪਾਈਪ ਵਿੱਚੋਂ ਅਗੇਨ ਲੰਘਦੀ ਹੋਈ ਲੰਗਸ ਤੱਕ ਪਹੁੰਚਦੀ ਆ। ਲੰਗਸ ਆਰ ਪ੍ਰੈਜ਼ੈਂਟ ਇਨ ਦਾ ਚੈਸਟ ਕੈਵਿਟੀ, ਅੱਗੋਂ ਜਿਹੜੇ ਲੰਗਸ ਨੇ ਉਹ ਚੈਸਟ ਕੈਵਿਟੀ ਦੇ ਵਿੱਚ ਪ੍ਰੈਜ਼ੈਂਟ ਨੇ। ਦਿਸ ਕੈਵਿਟੀ ਇਜ਼ ਸਰਾਊਂਡਡ ਬਾਏ ਰਿਬਸ ਔਨ ਦਾ ਸਾਈਡ। ਹੁਣ ਜਿਹੜੇ ਸਾਡੇ ਲੰਗਸ ਨੇ ਉਹ ਇਸ ਤਰ੍ਹਾਂ ਦੇ ਨੇ, ਇਸ ਤਰ੍ਹਾਂ ਦੀ ਕੁਛ ਸ਼ੇਪ ਆ ਉਹਨਾਂ ਦੀ ਲੰਗਸ ਦੀ, ਠੀਕ ਹੈ, ਇੱਦਾਂ ਕਰਕੇ, ਅਤੇ ਉਹਨਾਂ ਦੇ ਆਲੇ ਦੁਆਲੇ ਇੱਕ ਚੈਸਟ ਕੈਵਿਟੀ ਬਣੀ ਹੋਈ ਹੈ ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਕਰਕੇ। ਉਹ ਜਿਹੜੀ ਕੈਵਿਟੀ ਆ ਉਹਨੂੰ ਅਸੀਂ ਬੋਲਦੇ ਹਾਂ ਚੈਸਟ ਕੈਵਿਟੀ। ਔਰ ਰਿਬਸ ਜਿਹੜੀਆਂ ਨੇ ਸਰਾਊਂਡਡ ਰਿਬਸ ਦੇ ਨਾਲ ਜਿਹੜੀ ਸਾਡੀਆਂ ਜਿਹੜੀ ਕੈਵਿਟੀ ਆ ਉਹ ਸਰਾਊਂਡ ਹੋਈ ਹੋਈ ਆ। ਅ ਲਾਰਜ ਮਸਕੂਲਰ ਸ਼ੀਟ ਕਾਲਡ ਡਾਇਆਫਰੈਗਮ ਫੋਰਮਸ ਦੀ ਫਲੋਰ ਆਫ ਦਾ ਚੈਸਟ ਕੈਵਿਟੀ। ਹੁਣ ਜਿਹੜੀ ਚੈਸਟ ਕੈਵਿਟੀ ਆ ਉਹਦੇ ਨੀਚੇ ਇੱਕ ਲਾਰਜ ਮਸਕੂਲਰ ਸ਼ੀਟ ਲੱਗੀ ਹੋਈ ਹੈ ਜਿਹਨੂੰ ਅਸੀਂ ਬੋਲਦੇ ਹਾਂ ਡਾਇਆਫਰੈਗਮ। ਡਾਇਆਫਰੈਗਮ ਕੀ ਕਰਦੀ ਆ, ਇੱਕ ਤਰ੍ਹਾਂ ਦੇ ਸਾਡੇ ਚੈਸਟ ਕੈਵਿਟੀ ਦਾ ਫਲੋਰ ਜਿਹੜਾ ਉਹ ਐਕਟ ਕਰਦੀ ਆ, ਜਿਸ ਤਰ੍ਹਾਂ ਅਸੀਂ ਫਰਸ਼ ਕਹਿ ਸਕਦੇ ਹਾਂ ਨਾ, ਜਾਂ ਇੱਥੇ ਸਰਫੇਸ ਕਹਿ ਸਕਦੇ ਹਾਂ, ਇੱਕ ਪਲੇਨ ਸਰਫੇਸ ਡਾਇਆਫਰੈਗਮ, ਉਹ ਲਾਰਜ ਇੱਕ ਮਸਕੂਲਰ ਸ਼ੀਟ ਆ, ਮਸਲਸ ਦੀ ਬਣੀ ਹੋਈ ਸ਼ੀਟ ਆ ਜਿਹਨੂੰ ਅਸੀਂ ਡਾਇਆਫਰੈਗਮ ਕਹਿੰਦੇ ਹਾਂ, ਔਰ ਉਹ ਐਕਟ ਕਰਦੀ ਹੈ ਐਜ਼ ਅ ਫਲੋਰ ਆਫ ਦਾ ਚੈਸਟ ਕੈਵਿਟੀ। ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਸਾਰੀ ਔਰਗਨਸ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਮਝਾਏ ਹੋਏ ਆ। ਦਿਸ ਇਜ਼ ਦਾ ਨੇਜ਼ਲ ਕੈਵਿਟੀ, ਔਰਲ ਕੈਵਿਟੀ। ਨੇਜ਼ਲ ਮਤਲਬ ਨੋਜ਼ ਦੇ ਨਾਲ ਰਿਲੇਟ ਕਰਦੀ ਆ, ਔਰਲ ਮਤਲਬ ਮਾਊਥ ਨਾਲ ਰਿਲੇਟ ਕਰਦੀ ਆ, ਕਿ ਮਾਊਥ ਦੇ ਅੰਦਰ ਵਾਲੀ ਕੈਵਿਟੀ ਆ। ਨੇਜ਼ਲ ਮਤਲਬ ਨੱਕ ਦਾ ਰਸਤਾ, ਪਾਸੇਜ ਮਤਲਬ ਨੇਜ਼ਲ ਜੋ ਹੈ, ਇੱਥੇ ਮੈਂ ਤੁਹਾਨੂੰ ਵਰਡਸ ਦੱਸ ਦਿੰਦੀ ਹਾਂ। ਨੇਜ਼ਲ ਜੋ ਹੈ ਉਹ ਨੋਜ਼ ਨਾਲ ਰਿਲੇਟ ਕਰਦਾ ਵਰਡ ਹੈ, ਅਤੇ ਜੋ ਆਪਣੇ ਕੋਲ ਪੈਸੇਜ ਹੈ, ਪੈਸੇਜ ਮਤਲਬ ਰਸਤਾ, ਰਸਤਾ ਏਅਰ ਜਾਣ ਦਾ, ਹਵਾ ਨੂੰ ਅੰਦਰ ਲੈ ਕੇ ਜਾਣ ਦਾ ਰਸਤਾ। ਅਤੇ ਔਰਲ ਵਰਡ ਜਿਹੜਾ ਉਹ ਅਸੀਂ ਮਾਊਥ ਦੇ ਨਾਲ ਹਮੇਸ਼ਾ ਰਿਲੇਟ ਕਰਦੇ ਹਾਂ। ਔਰਲ ਵਰਡ ਮਾਊਥ ਦੇ ਨਾਲ, ਮੂੰਹ ਨਾਲ ਰਿਲੇਟ ਕਰਦਾ ਵਾ ਔਰਲ ਕੈਵਿਟੀ। ਕੈਵਿਟੀ ਮਤਲਬ ਇੱਕ ਰਸਤਾ ਹੀ ਕਹਿ ਸਕਦੇ ਹਾਂ ਜਾਂ ਇੱਕ ਜਗ੍ਹਾ ਕਹਿ ਸਕਦੇ ਹਾਂ। ਉਸ ਤੋਂ ਬਾਅਦ ਆ ਗਿਆ ਫਾਈਨੈਂਕਸ। ਫਾਈਨੈਂਕਸ, ਫਾਈਨੈਂਕਸ ਤੋਂ ਬਾਅਦ ਟ੍ਰੇਕੀਆ, ਠੀਕ ਹੈ। ਫਾਈਨੈਂਕਸ ਜੋ ਹੈ ਉਹ ਅਸੀਂ ਉਹਨੂੰ ਵਿੰਡ ਪਾਈਪ ਵੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ। ਅਤੇ ਉਸ ਤੋਂ ਬਾਅਦ ਦੇਖੋ ਟ੍ਰੈਕੀਆ ਤੋਂ ਹੁੰਦੇ ਹੁੰਦੇ ਅਸੀਂ ਲੰਗਸ ਤੱਕ ਪਹੁੰਚ ਜਾਂਦੇ ਹਾਂ। ਦੈਨ ਲੰਗਸ ਜਿਹੜੇ ਆ ਦੈਟ ਆਰ ਪ੍ਰੋਟੈਕਟਡ ਬਾਏ ਰਿਬਸ। ਔਰ ਇਹ ਜਿਹੜੀ ਮਸਕੂਲਰ ਸ਼ੀਟ ਤੁਹਾਨੂੰ ਦਿਖ ਰਹੀ ਆ ਜਿਹਨੂੰ ਅਸੀਂ ਡਾਇਆਫਰੈਗਮ ਕਹਿੰਦੇ ਸੀਗੇ, ਇਹ ਕੀ ਆ, ਐਕਟ ਕਰਦੀ ਹੈ ਐਜ਼ ਅ ਫਲੋਰ ਐਂਡ ਇਟ ਇਜ਼ ਅ ਮਸਕੂਲਰ ਸ਼ੀਟ, ਲਾਰਜ ਮਸਕੂਲਰ ਸ਼ੀਟ, ਠੀਕ ਹੈ, ਐਕਟ ਕਰਦੀ ਹੈ ਐਜ਼ ਅ ਫਲੋਰ ਆਫ ਦਾ ਚੈਸਟ ਕੈਵਿਟੀ। ਔਰ ਇਹ ਡਾਇਗਰਾਮ ਜਿਹੜੀ ਆ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਇਹਦੀ ਪ੍ਰੈਕਟਿਸ ਕਰ ਲੈਣੀ ਆ, ਪੇਪਰ ਦੇ ਵਿੱਚ ਇਹ ਡਾਇਗਰਾਮ ਜਿਹੜੀ ਹੈ ਡਰਾ ਕਰਨ ਲਈ ਆ ਜਾਂਦੀ ਹੈ। ਨੈਕਸਟ ਇਜ਼ ਵੈਨ ਵੀ ਇਨਹੇਲ ਏਅਰ ਇਟ ਪਾਸਿਸ ਥਰੂ ਅਵਰ ਨੋਸਟ੍ਰਿਲਸ ਇਨਟੂ ਦਾ ਨੇਜ਼ਲ ਕੈਵਿਟੀ। ਫਰੋਮ ਦਾ ਨੇਜ਼ਲ ਕੈਵਿਟੀ ਦਾ ਏਅਰ ਰੀਚਸ ਅਵਰ ਲੰਗਸ ਥਰੂ ਦਾ ਵਿੰਡ ਪਾਈਪ। ਫਿਰ ਅਸੀਂ ਉਹੀ ਗੱਲ ਕਰ ਰਹੇ ਹਾਂ ਕਿ ਜਦੋਂ ਅਸੀਂ ਏਅਰ ਨੂੰ ਅੰਦਰ ਲੈ ਕੇ ਜਾ ਰਹੇ ਹਾਂ, ਇਨਹੇਲ ਕਰ ਰਹੇ ਹਾਂ, ਤਾਂ ਨੋਸਟ੍ਰਿਲਸ ਦੇ ਥਰੂ ਨੇਜ਼ਲ ਕੈਵਿਟੀ ਦੇ ਵਿੱਚੋਂ ਹੁੰਦੀ ਹੋਈ, ਔਰ ਨੇਜ਼ਲ ਕੈਵਿਟੀ ਤੋਂ ਦੈਨ ਵਿੰਡ ਪਾਈਪ ਤੋਂ ਹੁੰਦੀ ਹੋਈ ਜਿਹੜੀ ਏਅਰ ਆ ਸਾਡੇ ਲੰਗਸ ਤੱਕ ਆ ਜਾਂਦੀ ਹੈ, ਪਹੁੰਚ ਜਾਂਦੀ ਆ। ਲੰਗਸ ਆਰ ਪ੍ਰੈਜ਼ੈਂਟ ਇਨ ਦਾ ਚੈਸਟ ਕੈਵਿਟੀ। ਦਿਸ ਕੈਵਿਟੀ ਇਜ਼ ਸਰਾਊਂਡਡ ਬਾਏ ਰਿਬਸ ਔਨ ਦਾ ਸਾਈਡਸ। ਅਸੀਂ ਇਹ ਸਾਰੀ ਡਾਇਗਰਾਮ ਜਿਹੜੀ ਹੈ ਡਾਇਗਰਾਮ ਦੇ ਵਿੱਚ ਸਾਰਾ ਕੁਛ ਕਵਰ ਕਰ ਚੁੱਕੇ ਹਾਂ। Next, diaphragm. A large muscular sheet called a diaphragm forms the floor of the chest cavity. Breathing involves the movement of the diaphragm and the rib cage. ਜਦੋਂ ਅਸੀਂ ਬਰੀਦਿੰਗ ਕਰਦੇ ਹਾਂ ਤਾਂ ਡਾਇਆਫਰੈਗਮ ਦੀ ਮੂਵਮੈਂਟ ਹੁੰਦੀ ਹੈ ਅਤੇ ਨਾਲ ਦੀ ਨਾਲ ਰਿਬ ਕੇਜ ਦੀ ਵੀ ਮੂਵਮੈਂਟ ਹੁੰਦੀ ਆ। ਦੋਨੋਂ ਚੀਜ਼ਾਂ ਜਿਹੜੀਆਂ ਨੇ ਮੂਵ ਕਰਦੀਆਂ ਨੇ। ਨੈਕਸਟ ਅਸੀਂ ਇੱਥੇ ਸਮਝਾਂਗੇ ਕਿ ਦੋਨੋਂ ਚੀਜ਼ਾਂ ਜਿਹੜੀਆਂ ਨੇ ਆਪਸ ਵਿੱਚ ਕਿਵੇਂ ਮੂਵ ਕਰਦੀਆਂ ਨੇ, ਡਾਇਆਫਰੈਗਮ ਔਰ ਦੂਜੀ ਅਸੀਂ ਕਿਹਦੀ ਗੱਲ ਕਰ ਰਹੇ ਸੀ ਪ੍ਰੀਵੀਅਸਲੀ, ਰਿਬ ਕੇਜ ਦੀ, ਕਿ ਡਾਇਆਫਰੈਗਮ ਔਰ ਰਿਬ ਕੇਜ ਜਿਹੜੀਆਂ ਨੇ ਇਨਹੇਲ ਕਰਦੇ ਹਾਂ ਜਦੋਂ ਜਾਂ ਐਕਜ਼ੇਲ ਕਰਦੇ ਹਾਂ ਤਾਂ ਕਿਵੇਂ ਇਹਨਾਂ ਦੀ ਮੂਵਮੈਂਟ ਹੁੰਦੀ ਆ। ਹੁਣ ਇਸ ਪਿਕਚਰ ਨੂੰ ਤੁਸੀਂ ਅਗਰ ਧਿਆਨ ਨਾਲ ਦੇਖ ਰਹੇ ਹੋ ਤਾਂ ਏਅਰ ਜਿਹੜੀ ਆ ਉਹ ਅੰਦਰ ਜਾ ਰਹੀ ਆ, ਏਅਰ ਅਸੀਂ ਅੰਦਰ ਲੈ ਕੇ ਜਾ ਰਹੇ ਹਾਂ।
ਜਦੋਂ ਅਸੀਂ ਇਨਹੇਲ ਕਰਦੇ ਹਾਂ ਏਅਰ ਨੂੰ ਦੈਨ ਰਿਬਸ ਮੂਵ ਅਪ ਐਂਡ ਆਊਟਵਰਡਸ। ਰਿਬਸ ਜਿਹੜੀਆਂ ਬਾਹਰ ਵੱਲ ਨੂੰ ਆਉਂਦੀਆਂ ਨੇ, ਕਿਉਂਕਿ ਹਵਾ ਜਿਹੜੀ ਆਪਣੇ ਵੱਲ ਨੂੰ ਪ੍ਰੈਸ਼ਰ ਮਾਰ ਰਹੀ ਆ, ਰਿਬਸ ਨੂੰ ਬਾਹਰ ਵੱਲ ਨੂੰ ਧੱਕਦੀ ਆ, ਔਰ ਡਾਇਆਫ੍ਰੈਗਮ ਜਿਹੜਾ ਉਹ ਨੀਚੇ ਵੱਲ ਨੂੰ ਮੂਵ ਕਰ ਰਿਹਾ। ਇਸ ਪਿਕਚਰ ਦੇ ਵਿੱਚ ਤੁਸੀਂ ਬਹੁਤ ਚੰਗੀ ਤਰੀਕੇ ਨਾਲ ਦੇਖ ਰਹੇ ਹੋ ਕਿ ਰਿਬਸ ਜਿਹੜੀਆਂ ਨੇ ਉਹ ਬਾਹਰ ਦੀ ਤਰਫ ਜਾ ਰਹੀਆਂ, ਡਾਇਆਫ੍ਰੈਗਮ ਨੀਚੇ ਆ ਰਿਹਾ, ਕਿਉਂਕਿ ਏਅਰ ਇੱਕਦਮ ਰਸ਼ ਕਰ ਰਹੀ ਆ ਅੰਦਰ ਜਾ ਕੇ ਪੂਰੀ ਚੈਸਟ ਕੈਵਿਟੀ ਦੇ ਵਿੱਚ। ਸੋ ਚੈਸਟ ਕੈਵਿਟੀ ਦੇ ਵਿੱਚ ਜਿਹੜੀ ਸਪੇਸ ਆ ਉਹ ਜ਼ਿਆਦਾ ਹੋ ਜਾਂਦੀ ਆ, ਲੰਗਸ ਦੇ ਵਿੱਚ ਸਾਰੀ ਏਅਰ ਆ ਭਰ ਜਾਂਦੀ ਆ, ਲੰਗਸ ਜਿਹੜੇ ਨੇ ਪ੍ਰੋਪਰ ਉਹ ਏਅਰ ਦੇ ਨਾਲ ਫਿਲ ਹੋ ਜਾਂਦੇ ਨੇ। ਸੋ ਮਸਲਸ ਬਿਟਵੀਨ ਦਾ ਰਿਬਸ ਕੰਟਰੈਕਟ ਕਾਜ਼ਿੰਗ ਦਾ ਰਿਬ ਕੇਜ ਟੂ ਮੂਵ ਅਪਵਰਡ ਐਂਡ ਆਊਟਵਰਡ। ਮਸਲ ਜਿਹੜੀਆਂ ਨੇ ਉਹ ਕੀ ਕਰਦੀਆਂ ਨੇ, ਰਿਬਸ ਨੂੰ ਕੰਟਰੈਕਟ ਕਰ ਦਿੰਦੀਆਂ ਨੇ, ਜਿਹਦੇ ਨਾਲ ਰਿਬ ਕੇਜ ਜਿਹੜੀ ਆ ਉਹ ਉੱਪਰ ਵੱਲ ਨੂੰ ਔਰ ਬਾਹਰ ਤਰਫ ਮੂਵ ਕਰਦੀ ਆ। ਇਹਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਤਾਂ ਕਿ ਸਮਝ ਆ ਜਾਵੇ। ਨੈਕਸਟ ਇਜ਼ ਐਗਜ਼ੀਲੇਸ਼ਨ। ਜਦੋਂ ਅਸੀਂ ਸਾਹ ਬਾਹਰ ਕੱਢਦੇ ਹਾਂ ਤਾਂ ਹੁਣ ਕੀ ਹੋਏਗਾ, ਰਿਬਸ ਜਿਹੜੀਆਂ ਨੇ ਉਲਟਾ ਹੋਣਗੀਆਂ, ਰਿਬਸ ਅੰਦਰ ਵੱਲ ਨੂੰ ਆਉਣਗੀਆਂ, ਕਿਉਂਕਿ ਹੁਣ ਹਵਾ ਕੀ ਹੋ ਰਹੀ ਆ, ਬਾਹਰ ਦੀ ਤਰਫ ਜਾ ਰਹੀ ਆ। ਬਾਹਰ ਦੀ ਤਰਫ ਜਾ ਰਹੀ ਆ ਤਾਂ ਡਾਇਆਫ੍ਰੈਗਮ ਉੱਪਰ ਵੱਲ ਨੂੰ ਮੂਵ ਕਰੇਗਾ। ਹੁਣ ਇੱਥੇ ਦਾ ਜਿਹੜਾ ਚੈਸਟ ਕੈਵਿਟੀ ਆ ਜੋ ਉਹਦਾ ਸਾਈਜ਼ ਜਿਹੜਾ ਘੱਟ ਜਾਏਗਾ, ਚੈਸਟ ਕੈਵਿਟੀ ਦਾ ਸਾਈਜ਼ ਘੱਟ ਜਾਏਗਾ ਇੱਥੇ। Let's read. During exhalation, ribs move down and inwards while the diaphragm moves up to its former position। ਜੋ ਪਹਿਲਾਂ ਦੀ ਪੋਜੀਸ਼ਨ ਸੀ ਉਹਦੇ ਵਿੱਚ ਹੀ ਆ ਜਾਏਗਾ, ਕਿਉਂਕਿ ਹਵਾ ਦੇ ਨਾਲ ਉਹ ਥੋੜ੍ਹਾ ਨੀਚੇ ਹੋ ਗਿਆ ਸੀ। ਡਿਊਰਿੰਗ ਇਨਹੇਲੇਸ਼ਨ ਉਹ ਨੀਚੇ ਆ ਗਿਆ ਸੀ ਡਾਇਆਫ੍ਰੈਗਮ, ਕਿਉਂਕਿ ਹਵਾ ਨੇ ਉਹਨੂੰ ਇੱਕਦਮ ਪ੍ਰੈਸ਼ਰ ਮਾਰਿਆ। ਜਿਹੜੀ ਡਾਇਆਫ੍ਰੈਗਮ ਸੀ ਉਹ ਨੀਚੇ ਦੀ ਤਰਫ ਆਇਆ ਸੀ, ਠੀਕ ਹੈ, ਡਾਊਨਵਰਡ ਆਇਆ ਸੀ। ਬਟ ਹੁਣ ਕੀ ਹੋਏਗਾ, ਅਪ ਹੋਏਗਾ, ਉੱਪਰ ਦੀ ਤਰਫ ਜਾਏਗਾ। ਐਗਜ਼ੇਲੇਸ਼ਨ ਹੋ ਰਹੀ ਆ, ਜਿਹਦੇ ਨਾਲ ਕੀ ਹੋਏਗਾ, ਸਾਈਜ਼ ਜਿਹੜਾ ਚੈਸਟ ਕੈਵਿਟੀ ਦਾ ਰਿਡਿਊਸ ਹੋ ਜਾਏਗਾ, ਏਅਰ ਜਿਹੜੀ ਆ ਲੰਗਸ ਵਿੱਚੋਂ ਬਾਹਰ ਨਿਕਲ ਜਾਏਗੀ। ਐਜ਼ ਅ ਚੈਸਟ ਕੈਵਿਟੀ ਬਿਕਮਸ ਸਮਾਲਰ, ਏਅਰ ਇਜ਼ ਪੁਸ਼ਡ ਆਊਟ ਫਰੋਮ ਦਾ ਲੰਗਸ। ਟੇਕ ਅ ਡੀਪ ਬਰੀਥ, ਕੀਪ ਯੂਰ ਪਾਮ ਔਨ ਦਾ ਐਬਡੋਮਨ। ਐਬਡੋਮਨ ਮੀਨਸ ਪੇਟ, ਠੀਕ ਹੈ। ਪੰਜਾਬੀ ਹਿੰਦੀ ਦੋਨਾਂ ਵਿੱਚ ਲਿਖ ਦਿੰਦੀ ਹਾਂ ਮੈਂ। ਪੇਟ ਜਿਹੜਾ ਵਾ ਉਹਦੇ ਉੱਪਰ ਆਪਣਾ ਪਾਮ ਰੱਖੋ, ਤੁਸੀਂ ਹੱਥ ਦੀ ਹਥੇਲੀ ਰੱਖੋ, ਪਾਮ, ਠੀਕ ਹੈ, ਔਰ ਇੱਕ ਡੀਪ ਬਰੀਥ ਲਓ। ਤੁਹਾਨੂੰ ਆਪਣੇ ਐਬਡੋਮਨ ਦੀ ਇੱਕ ਮੂਵਮੈਂਟ ਪਤਾ ਚੱਲੇਗੀ ਕਿ ਕਦੋਂ ਏਅਰ ਜਿਹੜੀ ਆ ਤੁਹਾਡੇ ਪੇਟ ਵਿੱਚ ਜਾਂਦੀ ਆ, ਪੇਟ ਮੀਨਸ ਕਿ ਲੰਗਸ ਵਿੱਚ ਜਾਂਦੀ ਆ, ਅਤੇ ਕਦੋਂ ਜਦੋਂ ਤੁਸੀਂ ਬਾਹਰ ਕੱਢਦੇ ਹੋ, ਐਗਜ਼ੇਲ ਕਰਦੇ ਹੋ ਏਅਰ ਨੂੰ, ਤਾਂ ਕਦੋਂ ਉਹ ਬਾਹਰ ਜਾਂਦੀ ਹੈ। ਅਤੇ ਇਹ ਮੂਵਮੈਂਟ ਨੂੰ ਤੁਸੀਂ ਪ੍ਰੈਕਟੀਕਲੀ ਦੇਖ ਸਕਦੇ ਹੋ। ਨੈਕਸਟ ਇਜ਼ ਸਨੀਜ਼। ਸਨੀਜ਼ ਸਭ ਨੂੰ ਪਤਾ, ਛਿੱਕ ਮਾਰਨਾ। ਐਜ਼ ਵੀ ਇਨਹੇਲ ਦਾ ਏਅਰ ਪ੍ਰੈਜ਼ੈਂਟ ਇਨ ਦਾ ਸਰਾਊਂਡਿੰਗਸ, ਸਮਟਾਈਮਸ ਵੇਰੀਅਸ ਅਨਵਾਂਟਡ ਐਲੀਮੈਂਟਸ ਸੱਚ ਐਜ਼ ਸਮੋਕ ਐਂਡ ਡਸਟ ਆਰ ਆਲਸੋ ਇਨਕਲੂਡਡ ਇਨ ਇਟ। ਜਦੋਂ ਅਸੀਂ ਇਨਹੇਲ ਕਰਦੇ ਹਾਂ, ਹਵਾ ਨੂੰ ਅੰਦਰ ਲੈ ਕੇ ਜਾਂਦੇ ਹਾਂ, ਤਾਂ ਕਈ ਵਾਰ ਇੱਦਾਂ ਹੁੰਦਾ ਕਿ ਜਿਹੜੇ ਅਨਵਾਂਟਡ ਪਾਰਟੀਕਲਸ ਨੇ, ਠੀਕ ਹੈ, ਜਾਣੇ ਅਣਜਾਣੇ ਸਾਡੇ ਅੰਦਰ ਚਲੇ ਜਾਂਦੇ ਨੇ। ਫੋਰ ਐਗਜ਼ਾਮਪਲ ਸਮੋਕ ਹੋ ਗਈ, ਡਸਟ ਹੋ ਗਈ, ਠੀਕ ਹੈ। ਏਅਰ ਜਿਹਦੇ ਵਿੱਚ ਸਮੋਕ, ਡਸਟ ਪਾਰਟੀਕਲ ਜਿਹੜੇ ਨੇ ਪ੍ਰੈਜ਼ੈਂਟ ਹੋਣ, ਉਹ ਸਾਡੇ ਅੰਦਰ ਚਲੇ ਜਾਂਦੇ ਨੇ। ਹਾਊਐਵਰ ਦੇ ਗੈਟ ਸਟਕ ਇਨ ਦਾ ਹੇਅਰ ਇਨ ਆਵਰ ਨੋਸਟ੍ਰਿਲਸ, ਬਟ ਸਮ ਆਫ ਦੈਮ ਕੈਨ ਗੈਟ ਥਰੂ ਦਾ ਨੇਜ਼ਲ ਕੈਵਿਟੀ। ਉਹ ਜਿਹੜੇ ਨੱਕ ਦੇ ਵਾਲ ਨੇ, ਕਈ ਵਾਰ ਇੱਦਾਂ ਹੁੰਦਾ ਕਿ ਜਦੋਂ ਸਾਡੇ ਪਾਰਟੀਕਲਸ ਅੰਦਰ ਚਲੇ ਗਏ ਤਾਂ ਜਿਹੜੇ ਨੱਕ ਦੇ ਵਾਲ ਨੇ ਉਹ ਉਹਨਾਂ ਨੂੰ ਬਚਾ ਲੈਂਦੇ ਅੰਦਰ ਜਾਣ ਲਈ। ਸੋ ਜਿਹੜੇ ਨੋਸਟ੍ਰਿਲਸ ਹੇਅਰ ਨੇ ਉਹ ਸਾਡੇ ਇਹੀ ਕੰਮ ਕਰਦੇ ਆ ਕਿ ਅੰਦਰ ਤੱਕ ਜਾਣ ਲਈ ਰੋਕਦੇ ਨੇ। ਐਂਡ ਬਟ ਸਮਟਾਈਮਸ ਸਮ ਆਫ ਦੈਮ ਕੈਨ ਗੈਟ ਥਰੂ ਦਾ ਨੇਜ਼ਲ ਕੈਵਿਟੀ। ਕਈ ਨੇਜ਼ਲ ਕੈਵਿਟੀ ਤੋਂ ਵੀ ਅੱਗੇ ਤੱਕ ਜਾਣ ਦੀ ਕੋਸ਼ਿਸ਼ ਕਰਦੇ ਆ। ਦੇ ਦਸ ਇਰੀਟੇਟ ਦੀ ਨੇਜ਼ਲ ਕੈਵਿਟੀ ਵਿਚ ਮੇਕਸ ਅਸ ਸਨੀਜ਼। ਜਦੋਂ ਉਹ ਨੇਜ਼ਲ ਕੈਵਿਟੀ ਦੇ ਅੰਦਰ ਚਲੇ ਜਾਂਦੇ ਨੇ, ਫਿਰ ਉਹ ਅੰਦਰ ਜਾ ਕੇ ਸਾਡੀ ਇੱਕ ਲਾਈਨਿੰਗ ਹੁੰਦੀ ਆ, ਨੇਜ਼ਲ ਕੈਵਿਟੀ ਦੇ ਅੰਦਰ ਜਾ ਕੇ ਲਾਈਨਿੰਗ ਨੂੰ ਇਰੀਟੇਟ ਕਰਦੇ ਆ ਡਸਟ ਪਾਰਟੀਕਲਸ। ਔਰ ਜਦੋਂ ਇਰੀਟੇਟ ਕਰਦੇ ਆ ਤਾਂ ਨੇਜ਼ਲ ਕੈਵਿਟੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਆ, ਜਿਹਦੇ ਨਾਲ ਸਾਨੂੰ ਸਨੀਜ਼ ਜਿਹੜੀ ਆ ਆਉਂਦੀ ਆ, ਛਿੱਕ ਆਉਂਦੀ ਆ। This helps in getting rid of unwanted particles out of the nasal cavity, ਜਿਹਦੇ ਨਾਲ ਨੇਜ਼ਲ ਕੈਵਿਟੀ ਜਿਹੜੀ ਆ ਉਹਦੇ ਵਿੱਚੋਂ ਜਿੰਨੇ ਵੀ ਅਨਵਾਂਟਡ ਪਾਰਟੀਕਲਸ ਨੇ ਉਹ ਬਾਹਰ ਨਿਕਲ ਜਾਂਦੇ ਨੇ, ਅੰਦਰ ਤੱਕ ਲੰਗਸ ਤੱਕ ਜਾ ਹੀ ਨਹੀਂ ਪਾਉਂਦੇ। ਕਿਉਂਕਿ ਅਗਰ ਸਾਡੇ ਕੋਈ ਵੀ ਬੋਡੀ ਦੇ ਵਿੱਚ ਫੋਰਨ ਪਾਰਟੀਕਲ ਚਲਾ ਗਿਆ ਤਾਂ ਸਾਡੀ ਬੋਡੀ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਡੈਮੇਜ ਹੋ ਜਾਏਗੀ, ਅੰਦਰੋਂ ਡੈਮੇਜ ਹੋ ਜਾਏਗੀ, ਜਾਂ ਉਹ ਸਾਡੀ ਬੋਡੀ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੋਏਗਾ, ਉਹ ਸਾਡੀ ਬੋਡੀ ਲਈ ਖਰਾਬ ਹੋਏਗਾ।
ਇਸ ਕਰਕੇ ਸਾਡੀ ਬੋਡੀ ਜਿਹੜੀ ਆ ਆਪਣੇ ਆਪ ਹੀ ਆਟੋਮੈਟਿਕਲੀ ਉਸ ਫੋਰਨ ਪਾਰਟੀਕਲ ਨੂੰ ਅੰਦਰ ਜਾਣ ਤੋਂ ਰੋਕਦੀ ਆ। ਸੋ ਹੇਅਰ ਜਿਹੜੇ ਆ ਨੋਸਟ੍ਰਿਲ ਸੀ ਉਹ ਇਹੀ ਕੰਮ ਕਰਦੇ ਆ, ਸਾਡੀ ਸੇਫਟੀ ਕਰਦੇ ਆ ਤਾਂ ਕਿ ਸਾਡਾ ਕੋਈ ਵੀ ਫੋਰਨ ਪਾਰਟੀਕਲ ਜਿਹੜਾ ਬੋਡੀ ਦੇ ਵਿੱਚ ਐਂਟਰ ਨਾ ਕਰ ਸਕੇ। ਨੈਕਸਟ ਇਜ਼ ਇਨਹੇਲਡ ਏਅਰ ਐਂਡ ਐਕਸਹੇਲਡ ਏਅਰ। ਕਿੰਨੀ ਇਹਨਾਂ ਦੀ ਪਰਸੈਂਟੇਜ ਹੁੰਦੀ ਆ, ਇਹਦੇ ਵਿੱਚ ਆਪਾਂ ਨੂੰ ਇਹ ਪਤਾ ਲੱਗੇਗਾ ਕਿ ਇਹਨਾਂ ਦੇ ਵਿੱਚ ਕਿੰਨੀ ਕੁ ਪਰਸੈਂਟੇਜ ਹੁੰਦੀ ਆ ਇਨਹੇਲਡ ਏਅਰ ਔਰ ਐਕਸਹੇਲਡ ਏਅਰ। ਦੇਖੋ ਆਕਸੀਜਨ ਦੀ ਜਿਹੜੀ ਕੁਆਂਟਿਟੀ ਆ ਦੈਟ ਕੰਟੇਨਸ 21%, ਮਤਲਬ ਕਿ 21% ਜਿਹੜੀ ਆ ਆਕਸੀਜਨ ਜਦੋਂ ਅਸੀਂ ਇਨਹੇਲ ਕਰਦੇ ਹਾਂ ਏਅਰ ਨੂੰ ਉਹਦੀ ਹੁੰਦੀ ਆ, ਔਰ ਜਦੋਂ ਅਸੀਂ ਬਾਹਰ ਕੱਢਦੇ ਹਾਂ ਐਕਸਹੇਲ ਕਰਦੇ ਹਾਂ ਦੈਨ 16% ਹੁੰਦੀ ਆ। ਜ਼ਿਆਦਾ ਅਮਾਊਂਟ ਅਸੀਂ ਇਨਹੇਲ ਕਰਦੇ ਹਾਂ ਆਕਸੀਜਨ ਦੀ, ਔਰ 16% ਮੀਨਸ ਲੈਸ ਦੈਨ ਹੋ ਗਈ ਨਾ, ਇਨਹੇਲਡ ਏਅਰ ਤੋਂ ਘੱਟ ਹੋ ਗਈ, ਐਕਸਹੇਲਡ ਏਅਰ ਤੋਂ ਜ਼ਿਆਦਾ ਹੋ ਗਈ। ਤਾਂ ਇਹ ਜਿਹੜੀ ਅਮਾਊਂਟ ਆ ਅਸੀਂ ਆਕਸੀਜਨ ਦੀ ਅਸੀਂ ਬਾਹਰ ਕੱਢਦੇ ਹਾਂ ਔਰ ਅੰਦਰ ਲੈ ਕੇ ਜਾਂਦੇ ਹਾਂ। ਅਤੇ ਕਾਰਬਨ ਡਾਈਆਕਸਾਈਡ ਜਿਹੜੇ ਆ 0.03% ਜਿਹੜੀ ਕਾਰਬਨ ਡਾਈਆਕਸਾਈਡ ਅਸੀਂ ਇਨਹੇਲ ਕਰਦੇ ਹਾਂ, 4% ਜਿਹੜੀ ਏਅਰ ਆ ਅਸੀਂ ਐਕਸਹੇਲ ਕਰਦੇ ਹਾਂ, ਮਤਲਬ ਐਕਸਹੇਲ ਜ਼ਿਆਦਾ ਕਰਦੇ ਹਾਂ, ਇਨਹੇਲ ਅਸੀਂ ਘੱਟ ਕਰਦੇ ਹਾਂ। ਨੈਕਸਟ ਇਜ਼ ਵਾਟਰ ਵੇਪਰ। ਵਾਟਰ ਵੇਪਰ ਕੰਟੇਨਸ ਲੈਸ ਵਾਟਰ ਵੇਪਰ, ਮਤਲਬ ਇਨਹੇਲਡ ਏਅਰ ਦੇ ਵਿੱਚ ਘੱਟ ਵਾਟਰ ਵੇਪਰ ਹੁੰਦੇ ਆ ਅਤੇ ਐਕਸਹੇਲਡ ਏਅਰ ਦੇ ਵਿੱਚ ਵਾਟਰ ਵੇਪਰ ਜ਼ਿਆਦਾ ਹੁੰਦੇ ਆ। ਲੈ ਕੇ ਅਸੀਂ ਘੱਟ ਜਾਂਦੇ ਹਾਂ ਅੰਦਰ। ਇਨਹੇਲ ਏਅਰ ਦੇ ਵਿੱਚ ਜੋ ਅਸੀਂ ਏਅਰ ਅੰਦਰ ਲੈ ਕੇ ਜਾ ਰਹੇ ਹਾਂ ਉਹਦੇ ਵਿੱਚ ਵਾਟਰ ਵੇਪਰ ਬੜੀ ਘੱਟ ਅਮਾਊਂਟ ਵਿੱਚ ਹੁੰਦੇ ਆ, ਅਤੇ ਐਕਸਹੇਲਡ ਏਅਰ ਦੇ ਵਿੱਚ ਵਾਟਰ ਵੇਪਰ ਜ਼ਿਆਦਾ ਅਮਾਊਂਟ ਵਿੱਚ ਹੁੰਦੇ ਆ। ਨੈਕਸਟ ਇਫੈਕਟ ਆਫ ਐਕਸਹੇਲਡ ਏਅਰ ਔਨ ਲਾਈਮ ਵਾਟਰ। ਹੁਣ ਸਾਡੇ ਕੋਲ ਇੱਕ ਲਾਈਮ ਵਾਟਰ ਆ, ਇੱਕ ਸਟਰੋ ਦੇ ਥਰੂ ਅਸੀਂ ਆਪਣੀ ਏਅਰ ਜਿਹੜੀ ਆ ਜਿਹਦੇ ਵਿੱਚ ਕਾਰਬਨ ਡਾਈਆਕਸਾਈਡ ਆ ਉਹਨੂੰ ਅਸੀਂ ਲਾਈਮ ਵਾਟਰ ਦੇ ਵਿੱਚ ਕਰ ਰਹੇ ਹਾਂ, ਮਿਕਸ ਕਰ ਰਹੇ ਹਾਂ, ਤਾਂ ਉਹਦਾ ਕੀ ਇਫੈਕਟ ਹੋਏਗਾ ਕਿ ਜਿਹੜਾ ਲਾਈਮ ਵਾਟਰ ਆ ਦੈਟ ਲਾਈਮ ਵਾਟਰ ਟਰਨਸ ਇਨਟੂ ਮਿਲਕੀ। ਮਤਲਬ ਉਹ ਕੀ ਹੋਏਗਾ ਕਿ ਥੋੜ੍ਹਾ ਜਿਹਾ ਜਿੱਦਾਂ ਦੁੱਧ ਦਾ ਕਲਰ ਹੁੰਦਾ, ਦੁਧੀਆ ਰੰਗ ਆ ਜਾਏਗਾ ਉਹਦੇ ਉੱਤੇ, ਮਿਲਕੀ ਹੋ ਜਾਏਗਾ, ਮਿਲਕੀ ਜਿਹੜਾ ਉਹਦਾ ਕਲਰ ਆ ਉਹ ਮਿਲਕੀ ਹੋ ਜਾਏਗਾ ਲਾਈਮ ਵਾਟਰ ਦਾ। ਇੱਥੇ ਕੁਐਸਚਨ ਵੀ ਆ ਜਾਂਦਾ ਵਾ ਕਿ ਜਦੋਂ ਕਾਰਬਨ ਡਾਈਆਕਸਾਈਡ ਜੋ ਹੈ ਲਾਈਮ ਵਾਟਰ ਦੇ ਵਿੱਚ ਮਿਕਸਅਪ ਹੁੰਦੀ ਆ ਤਾਂ ਉਸ ਟਾਈਮ ਕੀ ਇਫੈਕਟ ਪੈਂਦਾ ਐਕਸਹੇਲਡ ਲਾਈਮ ਵਾਟਰ ਦੇ ਉੱਪਰ, ਐਕਸਹੇਲਡ ਏਅਰ ਦਾ। ਸੋ ਲਾਈਮ ਵਾਟਰ ਟਰਨਸ ਮਿਲਕੀ ਇਨਟੂ ਕਲਰ। ਨੈਕਸਟ ਇਜ਼ ਇੱਕ ਮੋਡਲ ਆ, ਜਿਹੜਾ ਕਿ ਮੋਡਲ ਬੜਾ ਹੀ ਅਸੀਂ ਆਪਣੀ ਮਕੈਨਿਜ਼ਮ ਜਿਹੜਾ ਬਰੀਦਿੰਗ ਦਾ ਉਹਨੂੰ ਸ਼ੋਅ ਕਰਨ ਲਈ ਅਸੀਂ ਬਣਾ ਸਕਦੇ ਹਾਂ। ਸੋ ਇਹ ਜਿਹੜਾ ਮੋਡਲ ਆ ਇਹ ਬੜਾ ਹੀ ਇੰਟਰਸਟਿੰਗ ਮੋਡਲ ਆ ਕਿ ਇਹਦੇ ਵਿੱਚ ਅਸੀਂ ਇੱਕ ਬੋਟਲ ਲਈ ਹੋਈ ਆ। ਬੋਟਲ ਦੇ ਲਈ ਅਸੀਂ ਬੋਟਲ ਨੂੰ ਉੱਪਰੋਂ ਕੱਟ ਕਰ ਦਿੱਤਾ, ਸਟਰੋ ਯੂਜ਼ ਕੀਤੀ ਆ, ਇਹਦੇ ਲਈ ਅਸੀਂ ਸਟਰੋ ਯੂਜ਼ ਕੀਤੀ ਆ, ਔਰ ਇਹਦੇ ਲਈ ਅਸੀਂ ਬੈਲੂਨ ਯੂਜ਼ ਕੀਤੇ ਨੇ। ਸੋ ਨੀਚੇ ਇੱਕ ਰਬੜ ਦੀ ਸ਼ੀਟ ਲਗਾ ਲਈ ਆ ਵਿਚ ਐਕਟ ਐਜ਼ ਅ ਡਾਇਆਫ੍ਰੈਗਮ ਐਕਟ ਕਰਦੀ ਹੈ, ਮਸਕੂਲਰ ਸ਼ੀਟ ਐਕਟ ਕਰਦੀ ਹੈ, ਇੱਕ ਤਰ੍ਹਾਂ ਦੀ ਰਬੜ ਦੀ ਸ਼ੀਟ ਤੁਸੀਂ ਇੱਥੇ ਇੱਕ ਬੋਟਲ ਦੇ ਜਿਹੜਾ ਸਰਫੇਸ ਆ ਉਹਦੇ ਉੱਤੇ ਲੈ ਸਕਦੇ ਹੋ। ਜਿਵੇਂ ਕਿ ਆ ਲਓ, ਇੱਦਾਂ ਆਪਾਂ ਕਰਕੇ ਦੇਖੀਏ ਕਿ ਆ ਇੱਕ ਬੋਟਲ ਆ, ਇਸ ਤਰੀਕੇ ਨਾਲ ਤੁਸੀਂ ਉਹਨੂੰ ਹਾਫ ਕੱਟ ਕਰ ਲੈਣਾ ਆ ਬੋਟਲ ਨੂੰ, ਔਰ ਉਹਦੀ ਇਸ ਪਾਰਟ ਦੇ ਉੱਤੇ ਇੱਕ ਰਬੜ ਦੀ ਸ਼ੀਟ ਲਗਾ ਦੇਣੀ ਆ, ਔਰ ਇਹਦੇ ਵਿੱਚ ਇੱਕ ਸਟਰੋ ਇਨਸਰਟ ਕਰੋਗੇ। ਸਟਰੋ ਨੂੰ ਇਸ ਤਰੀਕੇ ਨਾਲ ਤੁਸੀਂ ਦੋ ਪਾਰਟਸ ਦੇ ਵਿੱਚ ਆਪਸ ਵਿੱਚ ਕਨੈਕਟ ਕਰ ਲਓਗੇ, ਔਰ ਇੱਕ ਬੈਲੂਨ ਇੱਥੇ ਤੁਸੀਂ ਉਹਦੇ ਨਾਲ ਲਗਾਓਗੇ, ਇੱਕ ਬੈਲੂਨ ਇੱਥੇ ਲਗਾਓਗੇ, ਔਰ ਜਦੋਂ ਤੋਂ ਉਸ ਸਟਰੋ ਦੇ ਵਿੱਚ ਅਸੀਂ ਏਅਰ ਨੂੰ ਇਨਹੇਲ ਕਰਾਂਗੇ, ਏਅਰ ਅੰਦਰ ਜਾਏਗੀ ਤਾਂ ਜਿਹੜੇ ਇਹ ਬੈਲੂਨਸ ਨੇ ਇਹ ਕੀ ਕਰਨਗੇ, ਇਹਨਾਂ ਦੇ ਵਿੱਚ ਹਵਾ ਜਿਹੜੀ ਆ ਉਹ ਆ ਜਾਏਗੀ ਅਤੇ ਡਾਇਆਫ੍ਰੈਗਮ ਕੀ ਹੋਏਗਾ ਨੀਚੇ ਦੀ ਤਰਫ। ਅਤੇ ਜਿਵੇਂ ਅਸੀਂ ਡਾਇਆਫ੍ਰੈਗਮ ਨੂੰ ਛੱਡਾਂਗੇ, ਨੀਚੇ ਦੀ ਤਰਫ ਛੱਡਾਂਗੇ ਤਾਂ ਕੀ ਹੋ ਜਾਏਗਾ, ਇਹ ਬੈਲੂਨ ਜਿਹੜੇ ਇਹਨਾਂ ਵਿੱਚੋਂ ਹਵਾ ਦੁਬਾਰਾ ਬਾਹਰ ਨਿਕਲ ਜਾਏਗੀ। ਇਸ ਤਰ੍ਹਾਂ ਇਹ ਰੈਸਪੀਰੇਸ਼ਨ ਦਾ ਜਿਹੜਾ ਮੋਡਲ ਆ ਇਹ ਅਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਬਣਾ ਕੇ ਇਹਨੂੰ ਐਕਸਪਲੇਨ ਕਰ ਸਕਦੇ ਹਾਂ, ਮੋਡਲ ਦੇ ਥਰੂ ਚੰਗੀ ਤਰ੍ਹਾਂ ਹੋਰ ਇਸ ਮਕੈਨਿਜ਼ਮ ਨੂੰ ਸਮਝ ਸਕਦੇ ਹਾਂ। ਨੈਕਸਟ ਇਜ਼ ਬਰੀਦਿੰਗ ਇਨ ਕਾਕਰੋਚ। ਹੁਣ ਸਾਰੇ ਜਿਹੜੇ ਆਪਣੇ ਲਿਵਿੰਗ ਔਰਗੈਨਿਜ਼ਮਸ ਨੇ ਦੇ ਬਰੀਦ ਥਰੂ ਦੇਅਰ ਲੰਗਸ।
ਬਟ ਸਮ ਇਨਸੈਕਟ ਲਾਈਕ ਕਾਕਰੋਚ, ਅਰਥਵਰਮਸ, ਇਹਨਾਂ ਦਾ ਜਿਹੜਾ ਸਾਹ ਲੈਣ ਦਾ ਤਰੀਕਾ ਉਹ ਅਲੱਗ ਤਰੀਕੇ ਦਾ, ਕਿਉਂਕਿ ਇਹਨਾਂ ਦੇ ਕੋਲ ਔਰਗਨਸ ਅਲੱਗ ਨੇ। ਸਾਡੇ ਕੋਲ ਲੰਗਸ ਨੇ, ਫਰੋਗ ਦੇ ਕੋਲ ਅਲੱਗ ਨੇ, ਲੰਗਸ ਵੀ ਨੇ, ਸਕਿਨ ਵੀ ਆ, ਠੀਕ ਹੈ। ਕਿਉਂਕਿ ਆਪਾਂ ਕਹਿ ਰਹੇ ਹਾਂ ਕਿ ਜਿਹੜੇ ਐਮਫੀਬੀਅਨਸ ਹੁੰਦੇ ਨੇ, ਜਿਹੜੇ ਲੈਂਡ ਉੱਤੇ ਵੀ ਰਹਿੰਦੇ ਆ ਔਰ ਆਪਣਾ ਵਾਟਰ ਦੇ ਵਿੱਚ ਵੀ ਰਹਿੰਦੇ ਆ, ਉਹ ਦੋ ਤਰੀਕਿਆਂ ਨਾਲ ਬਰੀਦ ਕਰਦੇ ਆ। ਜਿਵੇਂ ਕਿ ਫਰੋਗ ਹੋ ਗਿਆ, ਦੇ ਹੈਵ ਲੰਗਸ ਐਜ਼ ਵੈਲ ਐਜ਼ ਮੋਇਸਟ ਸਕਿਨ। ਜਦੋਂ ਲੰਗਸ ਦੇ ਨਾਲ ਸਾਹ ਲੈਂਦੇ ਆ ਤਾਂ ਉਦੋਂ ਲੈਂਡ ਦੇ ਉੱਤੇ ਹੁੰਦੇ ਆ, ਔਰ ਜਦੋਂ ਉਹਨਾਂ ਦੀ ਸਕਿਨ ਜਿਹੜੀ ਆ ਬਰੀਦ ਕਰਦੀ ਆ ਉਦੋਂ ਉਹ ਪਾਣੀ ਦੇ ਵਿੱਚ ਹੁੰਦੇ ਨੇ। ਸੋ ਇਸ ਤਰੀਕੇ ਦੇ ਨਾਲ ਅਸੀਂ ਫਰੋਗਸ ਦੀ ਗੱਲ ਕਰਦੇ ਹਾਂ। ਅਤੇ ਇੱਥੇ ਸਾਨੂੰ ਜੋ ਚੈਪਟਰ ਦੇ ਵਿੱਚ ਜੋ ਦਿੱਤਾ ਹੋਇਆ ਦੈਟ ਇਜ਼ ਫॉर ਕਾਕਰੋਚ। ਮੈਨੀ ਇਨਸੈਕਟਸ ਲਾਈਕ ਕਾਕਰੋਚਸ ਹੈਵ ਸਮਾਲ ਓਪਨਿੰਗਸ ਕਾਲਡ ਸਪਾਇਰੇਕਲਸ ਪ੍ਰੈਜ਼ੈਂਟ ਔਨ ਦਾ ਸਾਈਡਸ ਆਫ ਦਾ ਬੋਡੀਜ਼। ਇਹਦੇ ਜਿਹੜੀ ਬੋਡੀ ਆ ਉਹਦੇ ਸਾਈਡ ਦੇ ਉੱਤੇ ਛੋਟੀ ਛੋਟੀਆਂ ਓਪਨਿੰਗਸ ਨੇ ਜਿਨ੍ਹਾਂ ਨੂੰ ਅਸੀਂ ਸਪਾਇਰੇਕਲਸ ਕਹਿੰਦੇ ਹਾਂ। ਸੋ ਸਪਾਇਰੇਕਲਸ ਦੀ ਡੈਫੀਨੇਸ਼ਨ ਵੀ ਆ ਜਾਂਦੀ ਆ, ਸਮਾਲ ਓਪਨਿੰਗਸ ਪ੍ਰੈਜ਼ੈਂਟ ਔਨ ਦੀ ਸਾਈਡਸ ਆਫ ਦਾ ਬੋਡੀਜ਼ ਆਫ ਦੀ ਕਾਕਰੋਚਸ, ਉਹਨਾਂ ਨੂੰ ਅਸੀਂ ਸਪਾਇਰੇਕਲਸ ਕਹਿੰਦੇ ਹਾਂ। ਸੋ ਇਹਨਾਂ ਦੇ ਕੋਲ ਇੱਕ ਏਅਰ ਲਾਈਕ ਟਿਊਬ ਹੁੰਦੀਆਂ, ਏਅਰ ਟਿਊਬ ਲਾਈਕ ਸਟਰਕਚਰ ਹੁੰਦੀ ਹੈ ਜਿਹਨੂੰ ਅਸੀਂ ਟਰੇਕੀਆ ਬੋਲਦੇ ਆ, ਪਿਕਚਰ ਵਿੱਚ ਵੀ ਦਿਖਾਇਆ ਗਿਆ ਵਾ। ਔਰ ਇਹ ਜਿਹੜੀਆਂ ਟਰੇਕੀਆ ਵਾ that allows the exchange of gases in these insects। ਇਸ ਟਰੇਕੀਆ ਦੇ ਥਰੂ ਉਹ ਏਅਰ ਜਿਹੜੀ ਆ ਐਕਸਚੇਂਜ ਕਰਦੀ ਆ, ਗੈਸਿਸ ਜਿਹੜੀਆਂ ਐਕਸਚੇਂਜ ਕਰਦੇ ਆ, ਅੰਦਰ ਜਾਂਦੀ ਆ ਬਾਹਰ, ਐਗਜ਼ੇਲ ਇਨਹੇਲ ਜੋ ਕਰਦੇ ਨੇ, ਦੈਟ ਇਜ਼ ਥਰੂ ਟਰੇਕੀਆ। ਔਰ ਟਰੇਕੀਆ ਹੁੰਦਾ ਕੀ ਆ, ਟਰੇਕੀਆ ਏਅਰ ਟਿਊਬ ਲਾਈਕ ਸਟਰਕਚਰਸ ਹੁੰਦੀਆਂ ਨੇ। The air enters the body through the spiracles and diffuses in the cells via the trachea। ਹੁਣ ਜਦੋਂ ਇਹਨਾਂ ਦੀ ਬੋਡੀ ਦੇ ਅੰਦਰ ਏਅਰ ਜਾਂਦੀ ਆ, ਏਅਰ ਕਿਹਦੇ ਥਰੂ ਜਾਏਗੀ, ਸਪਾਇਰੇਕਲਸ ਦੇ ਥਰੂ, ਜੋ ਕਿ ਸਮਾਲ ਓਪਨਿੰਗਸ ਸੀ ਉਹਦੇ ਥਰੂ ਜਾਏਗੀ, ਔਰ ਸੈੱਲ ਦੇ ਵਿੱਚ ਜਾ ਕੇ ਡਿਫਿਊਜ਼ ਹੋ ਜਾਂਦੀ ਆ। ਸੈੱਲ ਦੇ ਵਿੱਚ ਕਿਹਦੇ ਥਰੂ ਜਾਂਦੀ ਆ, ਟਰੇਕੀਆ ਦੇ ਥਰੂ ਜਾਂਦੀ ਆ। ਫੋਰ ਐਗਜ਼ਾਮਪਲ ਜਿਵੇਂ ਸਾਡੇ ਜਾਂਦੀ ਸੀ, ਹਿਊਮਨ ਬੀਂਗਸ ਦੇ ਵਿੱਚ ਜਾਂਦੀ ਸੀ ਏਅਰ, ਜਿਹੜੀ ਆ ਲੰਗਸ ਦੇ ਵਿੱਚ ਪਹੁੰਚਦੀ ਆ ਥਰੂ ਦਾ ਵਿੰਡ ਪਾਈਪ, ਔਰ ਐਂਟਰ ਕਿਹੜੇ ਔਰਗਨ ਦੇ ਥਰੂ ਕਰਦੀ ਹੈ, ਨੋਜ਼ ਦੇ ਥਰੂ। ਸਿਮਿਲਰਲੀ ਐਂਟਰ ਕਿਹਦੇ ਥਰੂ ਕਰਦੀ ਹੈ ਇਹਨਾਂ ਦੀ ਬੋਡੀ ਵਿੱਚ, ਥਰੂ ਦਾ ਸਪਾਇਰੇਕਲਸ, ਅਤੇ ਟਰੇਕੀਆ ਵਿੱਚੋਂ ਹੁੰਦੀ ਹੋਈ ਸੈਲਸ ਦੇ ਵਿੱਚ ਜਾ ਕੇ ਡਿਫਿਊਜ਼ ਕਰ ਜਾਂਦੀ ਆ। ਸਿਮਿਲਰਲੀ ਦਾ ਏਅਰ ਫਰੋਮ ਦਾ ਸੈਲਸ ਐਂਟਰਸ ਦਾ ਟਰੇਕੀਆ ਐਂਡ ਮੂਵਸ ਆਊਟ ਥਰੂ ਦਾ ਸਪਾਇਰੇਕਲਸ, ਔਰ ਫਿਰ ਬਾਹਰ ਵੀ ਕੀ ਆ, ਸਪਾਇਰੇਕਲਸ ਦੇ ਥਰੂ ਹੀ ਨਿਕਲ ਜਾਂਦੀ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਕਾਕਰੋਚ ਨੇ ਉਹ ਬਰੀਦ ਕਰਦੇ ਨੇ। ਨੈਕਸਟ ਅਰਥਵਰਮ ਦੀ ਗੱਲ ਕਰਦੇ ਹਾਂ। ਬਰੀਦਿੰਗ ਇਨ ਅਰਥਵਰਮ, ਅਰਥਵਰਮ ਕਿੱਦਾਂ ਬਰੀਦ ਕਰਦੇ ਨੇ, ਆਕਸੀਜਨ ਅਗਰ ਉਹ ਲੈਂਦੇ ਨੇ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਆ ਬਿਕੋਜ਼ ਆਫ ਦੇਅਰ ਸਕਿਨ, ਕਿਉਂਕਿ ਇਹਨਾਂ ਦੀ ਜਿਹੜੀ ਸਕਿਨ ਹੈ ਬੜੀ ਸੋਫਟ ਹੁੰਦੀ ਆ, ਸਲਾਈਮੀ ਹੁੰਦੀ ਆ, ਮੋਇਸਟ ਹੁੰਦੀ ਆ। ਹੈਂਸ ਦੀ ਗੈਸਿਸ ਕੈਨ ਈਜ਼ੀਲੀ ਪਾਸ ਇਨ ਐਂਡ ਆਊਟ ਆਫ ਦਾ ਅਰਥਵਰਮ ਥਰੂ ਇਟਸ ਸਕਿਨ। ਇਹ ਆਪਣੀ ਸਕਿਨ ਦੇ ਥਰੂ ਹੀ ਏਅਰ ਜਿਹੜੀ ਆ ਪਾਸ ਇਨ ਔਰ ਪਾਸ ਆਊਟ ਕਰਦੇ ਆ। ਬਰੀਦਿੰਗ ਇਨ ਫਰੋਗ, ਫਰੋਗ ਦੀ ਆਪਾਂ ਗੱਲ ਕਰ ਚੁੱਕੇ ਸੀਗੇ ਕਿ ਜਦੋਂ ਤਾਂ ਉਹ ਆਪਣੇ ਉਹਨਾਂ ਦੇ ਕੋਲ ਪੇਅਰ ਆਫ ਲੰਗਸ ਵੀ ਹੁੰਦਾ, ਜਿੱਦਾਂ ਆਪਾਂ ਇੱਥੇ ਪੜ੍ਹ ਰਹੇ ਹਾਂ ਕਿ ਅ ਫਰੋਗ ਲਾਈਕ ਹਿਊਮਨ possesses a pair of lung, but when they are in water they breathe through their moist skin and slippery skin। when they are on land and they breathe through their nostrils and a pair of lungs। ਹੁਣੇ ਆਪਾਂ ਗੱਲ ਕਰ ਚੁੱਕੇ ਸੀ ਪਿਛਲੀ ਸਲਾਈਡਸ ਦੇ ਵਿੱਚ ਹੀ ਕਿ ਜਦੋਂ ਤਾਂ ਫਰੋਗ ਪਾਣੀ ਦੇ ਵਿੱਚ ਹੋਏਗਾ, ਪਾਣੀ ਵਿੱਚ ਰਹਿ ਰਿਹਾ, ਕਿਉਂਕਿ ਉਹ ਦੋਨੋਂ ਥਾਵਾਂ 'ਤੇ ਰਹਿ ਸਕਦਾ, ਔਨ ਲੈਂਡ ਐਂਡ ਇਨ ਪਲੱਸ ਇਨ ਵਾਟਰ। ਸੋ ਉਹ ਵਾਲੇ ਐਨੀਮਲਸ ਜਿਹੜੇ ਪਾਣੀ ਦੇ ਵਿੱਚ ਵੀ ਰਹਿੰਦੇ ਆ ਔਰ ਲੈਂਡ ਦੇ ਵਿੱਚ, ਲੈਂਡ ਉੱਤੇ ਵੀ ਰਹਿ ਸਕਦੇ ਆ, ਅਸੀਂ ਉਹਨਾਂ ਨੂੰ ਕੀ ਕਹਿੰਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਆ ਐਮਫੀਬੀਅਨਸ। ਐਮਫੀਬੀਅਨਸ, ਸੌਰੀ ਸਪੈਲਿੰਗ ਰੋਂਗ ਹੋ ਗਿਆ, ਐਮਫੀਬੀਅਨਸ, ਐਮਫੀਬੀਅਨਸ। ਐਮਫੀਬੀਅਨਸ ਜਿਹੜੇ ਨੇ ਦੇ ਕੈਨ ਲਿਵ ਬੋਥ ਔਨ ਲੈਂਡ ਐਜ਼ ਵੈਲ ਐਜ਼ ਇਨ ਵਾਟਰ। ਸੋ ਜਦੋਂ ਤਾਂ ਫਰੋਗ ਪਾਣੀ ਦੇ ਵਿੱਚ ਹੋਏਗਾ, ਸੋ that will breathe through their skin, ਆਪਣੀ ਸਕਿਨ ਦੇ ਥਰੂ, ਗਿੱਲੀ ਸਕਿਨ ਦੇ ਥਰੂ, ਸਲਿਪਰੀ ਸਕਿਨ ਦੇ ਥਰੂ ਬਰੀਦ ਕਰੇਗਾ। ਅਤੇ ਜਦੋਂ ਫਰੋਗ ਲੈਂਡ ਦੇ ਉੱਤੇ ਹੋਏਗਾ ਤਾਂ ਉਦੋਂ ਉਹ ਆਪਣੇ ਪੇਅਰ ਆਫ ਲੰਗਸ ਦੇ ਨਾਲ, ਆਪਣੀਆਂ ਨੋਸਟ੍ਰਿਲਸ ਦੇ ਨਾਲ ਬਰੀਦ ਆਊਟ ਕਰੇਗਾ, ਬਰੀਦ ਇਨ ਕਰੇਗਾ। ਨੈਕਸਟ, all the parts of plants can independently respire, that is they take in the air
ਟੇਕ ਇਨ ਕਾਰਬਨ ਡਾਈਆਕਸਾਈਡ ਐਂਡ ਰਿਲੀਜ਼ ਆਕਸੀਜਨ। ਹਾਂਜੀ, ਜਿਹੜੇ ਏਅਰ ਜਿਹੜੇ ਪਲਾਂਟਸ ਨੇ ਉਹ ਆਪਣਾ ਰੈਸਪਾਇਰ ਕਰਦੇ ਟਾਈਮ ਉਹ ਕੀ ਕਰਦੇ ਨੇ, ਕਾਰਬਨ ਡਾਈਆਕਸਾਈਡ ਨੂੰ ਅੰਦਰ ਲੈ ਕੇ ਜਾ ਰਹੇ ਆ ਔਰ ਆਕਸੀਜਨ ਨੂੰ ਉਹ ਬਾਹਰ ਕੱਢ ਰਹੇ ਆ। ਅਤੇ ਜੋ ਉਹਨਾਂ ਦੀਆਂ ਰੂਟਸ ਜਿਹੜੀਆਂ ਨੇ ਉਹ ਅਲੱਗ ਕਰਦੀਆਂ, ਸੇਮ ਉਹਨਾਂ ਦੇ ਰੂਟਸ ਵੀ ਜਿਹੜੀਆਂ ਉਸੇ ਤਰ੍ਹਾਂ ਹੀ ਕਰਨਗੀਆਂ ਜਿੱਦਾਂ ਪਲਾਂਟ ਕਰਦੇ ਆ। ਆਕਸੀਜਨ ਨੂੰ ਅੰਦਰ ਲੈ ਕੇ ਜਾਣਗੇ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਣਗੇ, ਓਨਲੀ ਫੋਰ ਰੈਸਪਾਇਰ। ਜਦੋਂ ਰੈਸਪਾਇਰ ਕਰਦੇ ਆ ਤਾਂ ਹਿਊਮਨਸ ਬੀਂਗਸ ਦੀ ਤਰ੍ਹਾਂ ਹੀ ਪਲਾਂਟਸ ਰੈਸਪਾਇਰ ਕਰਦੇ ਆ। ਆਕਸੀਜਨ ਜੋ ਆ ਉਹ ਅੰਦਰ ਲੈ ਕੇ ਜਾਣਗੇ ਅਤੇ ਕਾਰਬਨ ਡਾਈਆਕਸਾਈਡ ਉਹ ਬਾਹਰ ਕੱਢਣਗੇ। ਦਿਸ ਇਜ਼ ਓਨਲੀ ਫੋਰ ਵੈਨ ਦੇ ਰੈਸਪਾਇਰ, ਜਦੋਂ ਰੈਸਪਾਇਰ ਕਰਦੇ ਆ। ਬਟ ਅਸੀਂ ਅਗਰ ਫੋਟੋਸਿੰਥੇਸਿਸ ਦੀ ਗੱਲ ਕਰਦੇ ਹਾਂ ਕਿ ਅਗਰ ਉਹ ਫੋਟੋਸਿੰਥੇਸਿਸ ਦਾ ਪ੍ਰੋਸੈਸ ਕਰਦੇ ਆ ਫਿਰ ਉਹਦੇ ਵਿੱਚ ਉਹ ਅਲੱਗ ਹੋ ਜਾਏਗਾ। ਤਾਂ ਉਹਦੇ ਵਿੱਚ ਕੀ ਕਰਦੇ ਨੇ, ਆਕਸੀਜਨ ਜੋ ਆ ਉਹ ਫਿਰ ਬਾਹਰ ਕੱਢਦੇ ਆ ਅਤੇ ਕਾਰਬਨ ਡਾਈਆਕਸਾਈਡ ਨੂੰ ਅੰਦਰ ਲੈ ਕੇ ਜਾਂਦੇ ਆ। ਸੋ ਦੋਨੋਂ ਚੀਜ਼ਾਂ ਅਲੱਗ ਨੇ, ਦੋਨੋਂ ਚੀਜ਼ਾਂ ਸਮਝਣੀਆਂ ਇੰਪੋਰਟੈਂਟ ਨੇ। The leaves of the plants have stomata। ਲੀਵਸ ਜਿਹੜੇ ਹੁੰਦੇ ਆ ਉਹਨਾਂ ਦੇ ਉੱਤੇ ਛੋਟੇ ਛੋਟੇ ਪੋਰ ਹੁੰਦੇ ਨੇ, ਮਾਈਕਰੋ ਬਿਲਕੁਲ ਹੁੰਦੇ ਨੇ, ਉਹ ਬੜੇ ਸਮੋਲ ਹੁੰਦੇ ਨੇ, ਸਾਨੂੰ ਨਹੀਂ ਦਿਖਦੇ। ਵੀ ਕੈਨ ਨਾਟ ਸੀ ਦੈਮ ਵਿਦ ਅਵਰ ਨੇਕਡ ਆਈ। ਸੋ ਇਹ ਜਿਹੜੇ ਛੋਟੇ ਛੋਟੇ ਪੋਰਸ ਨੇ, these are called stomata। So leaves of the plants have stomata present upon them which are small pore-like structures। They allow gas exchange in leaves। ਤੇ ਗੈਸ ਬਾਹਰ ਜਾਂਦੀ ਹੈ ਅਤੇ ਅੰਦਰ ਜਾਂਦੀ ਹੈ। ਕਿਸ ਤਰ੍ਹਾਂ ਉਹ ਗੈਸਿਸ ਨੂੰ ਐਕਸਚੇਂਜ ਕਰਦੇ ਆ ਔਰ ਉਹ ਕਿਹਦੇ ਥਰੂ ਕਰਦੇ ਨੇ, ਸਟੋਮੈਟਾ ਦੇ ਥਰੂ ਹੀ ਸਾਹ ਲੈਂਦੇ ਆ। ਜਿਸ ਤਰ੍ਹਾਂ ਅਸੀਂ ਹਿਊਮਨ ਬੀਂਗਸ ਸਾਹ ਲੈਣ ਲਈ ਆਪਣੇ ਰੈਸਪੀਰੇਟਰੀ ਔਰਗਨਸ ਨੂੰ ਯੂਜ਼ ਕਰਦੇ ਹਾਂ, ਸਿਮਿਲਰਲੀ ਲੀਵਸ ਜਿਹੜੇ ਨੇ, ਪਲਾਂਟਸ ਜਿਹੜੇ ਨੇ, ਸਾਹ ਲੈਣ ਦੇ ਲਈ ਸਟੋਮੈਟਾ ਯੂਜ਼ ਕਰਦੇ ਆ। The woody stems of the plants also respire। This is because the presence of the special tissue called lenticels। The cells of this tissue have large intercellular spaces। They exist as large dead cells on woody plants and roots and allow the exchange of gases। The bark of trees, although impermeable to gases, hence these tissues serves an important purpose of respiration in the stem। As the name suggests, lenticels have the lens like shape। ਇਹ ਜਿਹੜਾ ਟੌਪਿਕ ਆ ਇਹ ਬੁੱਕ ਦੇ ਵਿੱਚ ਨਹੀਂ ਹੈਗਾ, ਇਸ ਕਰਕੇ ਇਹਨੂੰ ਸਕਿਪ ਕਰਦੇ ਹਾਂ। The roots of the plants have hair-like structures on them, hence they can absorb the air present in the soil। ਸੋ ਉਹ ਆਪਾਂ ਪਿਕਚਰ ਦੇ ਵਿੱਚ ਦੇਖ ਚੁੱਕੇ ਹਾਂ ਕਿ ਜਿਹੜੀਆਂ ਰੂਟਸ ਨੇ ਪਲਾਂਟਸ ਦੀਆਂ, ਉਹਨਾਂ ਦੀ ਜਿਹੜੀ ਸਟਰਕਚਰ ਆ ਦੈਟ ਇਜ਼ ਹੇਅਰ ਲਾਈਕ ਸਟਰਕਚਰ ਹੁੰਦੀ ਆ, ਔਰ ਜਿਹੜੀ ਹਵਾ ਉਹ ਜਿਹੜੀ ਏਅਰ ਆ ਉਹ ਸੋਇਲ ਦੇ ਵਿੱਚ ਜਿਹੜੀ ਏਅਰ ਪ੍ਰੈਜ਼ੈਂਟ ਹੁੰਦੀ ਆ ਉਹਦੇ ਤੋਂ ਅਬਜ਼ੋਰਬ ਕਰ ਲੈਂਦੇ ਨੇ। ਨੈਕਸਟ, plant roots have a large number of tiny hairs on them which are called root hairs। ਔਰ ਜਿਹੜੇ ਪਲਾਂਟਸ ਰੂਟਸ ਨੇ ਉਹਨਾਂ ਦੇ ਕੋਲ ਛੋਟੇ ਛੋਟੇ ਜਿਹੜੇ ਹੇਅਰਸ ਹੁੰਦੇ ਨੇ ਉਹਨਾਂ ਨੂੰ ਅਸੀਂ ਰੂਟ ਹੇਅਰਸ ਕਹਿੰਦੇ ਹਾਂ। ਆਕਸੀਜਨ ਫਰੋਮ ਦਾ ਏਅਰ ਪ੍ਰੈਜ਼ੈਂਟ ਇਨ ਸੋਇਲ ਪਾਰਟੀਕਲਸ ਡਿਫਿਊਜ਼ਸ ਇਨਟੂ ਰੂਟ ਹੇਅਰ ਐਂਡ ਰੀਚਸ ਦੀ ਸੈਲਸ ਆਫ ਦਾ ਰੂਟ ਵੇਅਰ ਇਟ ਇਜ਼ ਯੂਟਿਲਾਈਜ਼ਡ ਫॉर ਰੈਸਪੀਰੇਸ਼ਨ। ਫॉर ਐਗਜ਼ਾਮਪਲ ਕਿ ਕੋਈ ਵੀ ਇੱਥੇ ਆਪਣੇ ਕੋਲ ਰੂਟ ਆ, these are the root hairs। ਅੱਗੇ ਹੋਰ ਬਹੁਤ ਸਾਰੀਆਂ ਰੂਟਸ ਜਿਹੜੀਆਂ ਨੇ ਇਹਨਾਂ ਦੇ ਵਿੱਚ ਹੈ, ਅਤੇ ਉੱਪਰ ਕੋਈ ਪਲਾਂਟ ਅਗਰ ਹੈ ਤਾਂ ਕੀ ਕਰਦਾ ਇਹਦੇ ਵਿੱਚ ਕਿ ਕੋਈ ਵੀ ਮਤਲਬ ਕਿ ਹਵਾ ਆ ਰਹੀ ਆ, ਇਹ ਆਕਸੀਜਨ ਦੇ ਵਿੱਚੋਂ ਏਅਰ ਦੇ ਵਿੱਚੋਂ ਆਕਸੀਜਨ ਜਿਹੜੀ ਆ ਉਹ ਪਹਿਲਾਂ ਸੋਇਲ ਦੇ ਵਿੱਚ ਚਲੀ ਗਈ ਆ, ਅਤੇ ਸੋਇਲ ਦੇ ਵਿੱਚੋਂ ਜਿਹੜੀਆਂ ਰੂਟਸ ਨੇ ਸੇਮ ਜਿਹੜੀ ਆਕਸੀਜਨ ਆ ਉਹ ਰੂਟਸ ਜਿਹੜੀਆਂ ਨੇ ਸੋਇਲ ਤੋਂ ਲੈਂਦੀਆਂ, ਅਗੇਨ ਸੋਇਲ ਤੋਂ ਉਹ ਜਿਹੜੀ ਆਕਸੀਜਨ ਆ ਉਹ ਸੈੱਲਸ ਤੱਕ ਜਾਂਦੀ ਆ, ਸੈੱਲ ਦੇ ਰੂਟਸ ਦੇ ਸੈੱਲ ਤੱਕ ਜਾਂਦੀ ਆ, ਅਤੇ ਜਿੱਥੋਂ ਜਿਹੜੀਆਂ ਪਲਾਂਟ ਨੇ ਉਸ ਆਕਸੀਜਨ ਨੂੰ ਰੈਸਪਾਇਰ ਕਰਨ ਲਈ ਯੂਟੀਲਾਈਜ਼ ਕਰਦੇ ਆ। ਮੈਂ ਦੁਬਾਰਾ ਫਿਰ ਦੱਸ ਦਿੰਦੀ ਹਾਂ ਕਿ ਕੀ ਹੁੰਦਾ ਇਹਦੇ ਵਿੱਚ, ਕਿ ਜਿਹੜੀ ਏਅਰ ਆ ਸੋਇਲ ਪਾਰਟੀਕਲਸ ਦੇ ਵਿੱਚ ਪ੍ਰੈਜ਼ੈਂਟ ਆ ਉਹ ਕਿੱਥੇ ਜਾਏਗੀ, ਰੂਟ ਹੇਅਰ ਵਿੱਚ ਜਾਏਗੀ। ਰੂਟ ਹੇਅਰ ਤੋਂ ਅਗੇਨ ਰੂਟ ਦੇ ਸੈੱਲਸ ਦੇ ਵਿੱਚ ਜਾਏਗੀ ਏਅਰ, ਅਤੇ ਉੱਥੋਂ ਜਿਹੜੀ ਆ ਸੈੱਲਸ ਦੇ ਉਹ ਫਿਰ ਜਿਹੜੇ ਪਲਾਂਟਸ ਨੇ ਜਿਹੜੀ ਏਅਰ ਆ ਉਹਨੂੰ ਯੂਟੀਲਾਈਜ਼ ਕਰਦੇ ਨੇ ਫॉर ਰੈਸਪੀਰੇਸ਼ਨ ਦੇ ਲਈ।
Next is animals that live underwater have special respiratory organs called gills. Gills ਕਿਹਨਾਂ ਦੇ ਕੋਲ ਹੁੰਦੇ ਨੇ? ਫਿਸ਼ ਦੇ ਕੋਲ, ਇਹ ਸਭ ਨੂੰ ਪਤਾ ਹੀ ਆ। ਫਿਸ਼ ਹੈਵ ਗਿਲਸ ਟੂ ਬਰੀਥ ਇਨ, ਹੈ ਨਾ, ਬਰੀਥ ਕਰਨ ਦੇ ਲਈ ਉਹਨਾਂ ਦੇ ਕੋਲ ਗਿਲਸ ਹੁੰਦੇ ਨੇ, ਕੋਈ ਲੰਗਸ ਨਹੀਂ ਹੁੰਦੇ, ਕੁਛ ਨਹੀਂ ਹੁੰਦਾ ਉਹਨਾਂ ਕੋਲ, ਆਪਣੇ ਰੈਸਪੀਰੇਟਰੀ ਔਰਗਨਸ ਹੁੰਦੇ ਨੇ। ਐਨੀਮਲ ਜਿਹੜੇ ਅੰਡਰ ਵਾਟਰ ਰਹਿੰਦੇ ਨੇ, ਲਾਈਕ ਗਿਲਸ, ਦੇ ਆਰ ਅ ਕੌਮ ਲਾਈਕ ਸਟਰਕਚਰ ਪ੍ਰੈਜ਼ੈਂਟ ਔਨ ਦਾ ਸਕਿਨ ਆਫ ਦੀਜ਼ ਐਨੀਮਲਸ। ਉਹਨਾਂ ਦੀ ਜਿਹੜੀ ਬਾਡੀ ਆ, ਜੋ ਉਹਨਾਂ ਦੀ ਸਟਰਕਚਰ ਆ, ਜਿੱਦਾਂ ਆਪਾਂ ਫਿਸ਼ ਦੇਖਦੇ ਹਾਂ, ਫਿਸ਼ ਦੀ ਜਿਹੜੀ ਸਟਰਕਚਰ ਆ, ਉਹਨਾਂ ਦੀ ਜਿਹੜੀ ਸਕਿਨ ਹੈ ਇਸ ਤਰ੍ਹਾਂ ਕੌਮ ਲਾਈਕ ਹੁੰਦੀ ਆ। ਸੋ ਗਿਲਸ ਜਿਹੜੇ ਨੇ ਉਹਨਾਂ ਦੇ ਕੀ ਕਰਦੇ ਨੇ, ਉਹ ਅਲਾਉ ਦੀ ਐਕਸਚੇਂਜ ਆਫ ਗੈਸਿਸ ਬਿਟਵੀਨ ਐਨੀਮਲਸ ਐਂਡ ਦਾ ਵਾਟਰ ਈਜ਼ੀਲੀ। ਪਾਣੀ ਦੇ ਵਿੱਚ ਜਿਹੜੀ ਮਿਕਸ ਹੋਈ ਆਕਸੀਜਨ ਹੁੰਦੀ ਆ, ਪਾਣੀ ਦੇ ਵਿੱਚ ਆਕਸੀਜਨ ਜੋ ਮਿਕਸ ਹੋ ਜਾਂਦੀਆਂ ਤਾਂ ਉਹਨਾਂ ਦੇ ਵਿੱਚ ਹੀ ਉਹ ਬਰੀਦ ਇਨ ਬਰੀਦ ਆਊਟ ਕਰਦੀਆਂ, ਐਕਸਚੇਂਜ ਆਫ ਗੈਸਿਸ ਕਰਦੇ ਨੇ ਵਿਦ ਦੀ ਹੈਲਪ ਆਫ ਗਿਲਸ। Next, amphibians, as we already discussed about it. Some animals called amphibians can breathe on land by lungs and through moist skin underwater. For example, frogs and toads. Toads are similar like frogs. Fishes are aquatic animals that live in water. These have a special organ for breathing called gills. The oxygen dissolved in water enters through the ਗਿਲਸ। ਵੀ ਹੈਵ ਆਲਰੇਡੀ ਡਿਸਕਸਡ ਅਬਾਊਟ ਇਟ ਕਿ ਪਾਣੀ ਦੇ ਵਿੱਚੋਂ ਮਿਕਸ ਹੋਈ ਡਿਜ਼ੋਲਵ ਹੋਈ ਆਕਸੀਜਨ ਦੇ ਥਰੂ ਉਹ ਆਕਸੀਜਨ ਨੂੰ ਉਹ ਲੈਂਦੀਆਂ ਨੇ, ਬਰੀਥ ਕਰਦੀਆਂ ਨੇ, ਅਤੇ ਉਹ ਕਰਦੀਆਂ ਨੇ ਗਿਲਸ ਦੇ ਥਰੂ। ਐਂਡ ਵਾਟ ਅਬਾਊਟ ਡੋਲਫਿਨਸ ਐਂਡ ਮੈਮਲਸ? ਸੋ ਹੇਅਰ ਇਟ ਇਜ਼ ਐਨ ਐਕਸੈਪਸ਼ਨਲ ਕੇਸ ਕਿ ਜਿਹੜੇ ਸੀ ਐਨੀਮਲਸ, ਡੋਲਫਿਨਸ, ਵੇਲਸ ਨੇ, ਦੇ ਲਿਵ ਇਨ ਵਾਟਰ, ਪਾਣੀ ਦੇ ਵਿੱਚ ਜ਼ਰੂਰ ਰਹਿੰਦੀਆਂ, ਬਟ ਦੇ ਡੂ ਨਾਟ ਬਿਹੇਵ ਲਾਈਕ ਫਿਸ਼ਸ ਦੇ ਵਾਂਗੂ ਬਿਲਕੁਲ ਨਹੀਂ ਹੁੰਦੀਆਂ, ਬਿਕੋਜ਼ ਦੇ ਡੂ ਨਾਟ ਪੋਜ਼ੈਸ ਗਿਲਸ ਫਾਰ ਰੈਸਪੀਰੇਸ਼ਨ। ਦੇ ਹੈਵ ਅ ਸਪੈਸ਼ਲ ਔਰਗਨ ਕਾਲਡ ਬਲੋ ਹੋਲਸ। ਉਹਨਾਂ ਦੇ ਕੋਲ ਇੱਕ ਅਲੱਗ ਤਰ੍ਹਾਂ ਦਾ ਹੀ ਆਪਣਾ ਇੱਕ ਔਰਗਨ ਹੁੰਦਾ ਜਿਹਨੂੰ ਅਸੀਂ ਬਲੋ ਹੋਲ ਕਹਿੰਦੇ ਹਾਂ। ਬਲੋ ਹੋਲ ਦੇ ਥਰੂ ਹੀ ਉਹ ਕੀ ਕਰਦੀਆਂ, ਰੈਸਪਾਇਰ ਕਰਦੀਆਂ। ਦੇ ਡੂ ਨਾਟ ਹੈਵ ਗਿਲਸ ਫਾਰ ਰੈਸਪੀਰੇਸ਼ਨ। ਦੇ ਆਰ ਅਨਲਾਈਕ ਫਿਸ਼ਸ। Humans cannot survive underwater because they do not possess any gills to make use of oxygen dissolved in water for breathing. When we go underwater, we have to take oxygen cylinders for breathing. ਹੁਣ ਜਦੋਂ ਅਸੀਂ ਅੰਡਰ ਵਾਟਰ ਵੀ ਜਾਣਾ, ਸਾਨੂੰ ਫਿਰ ਕੀ ਹੋਏਗਾ, ਆਕਸੀਜਨ ਗੈਸ ਸਿਲੰਡਰ ਲੈ ਕੇ ਜਾਣਾ ਪਏਗਾ, ਬਿਕੋਜ਼ ਵੀ ਡੂ ਨਾਟ ਪੋਜ਼ੈਸ ਐਨੀ ਟਾਈਪ ਆਫ ਗਿਲਸ ਐਜ਼ ਫਿਸ਼ਸ ਹੈਵ। ਜਿੱਦਾਂ ਫਿਸ਼ਸ ਕੋਲ ਹੁੰਦੇ ਆ ਗਿਲਸ, ਹਿਊਮਨਸ ਦੇ ਕੋਲ ਨਹੀਂ ਹੁੰਦੇ ਹੈਗੇ। ਇਸ ਕਰਕੇ ਅਸੀਂ ਪਾਣੀ ਦੇ ਵਿੱਚ ਮਿਕਸ ਹੋਈ ਜਿਹੜੀ ਡਿਜ਼ੋਲਵ ਹੋਈ ਆਕਸੀਜਨ ਆ, ਅਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ, ਯੂਟੀਲਾਈਜ਼ ਨਹੀਂ ਕਰ ਸਕਦੇ। ਸੋ ਵੀ ਹੈਵ ਟੂ ਕੈਰੀ ਆਕਸੀਜਨ ਸਿਲੰਡਰਸ ਵਿਦ ਅਸ ਵਾਈਲ ਵੀ ਗੋ ਫॉर ਡਾਈਵਿੰਗ। ਜਦੋਂ ਅਸੀਂ ਡਾਈਵਿੰਗ ਲਈ ਅੰਡਰ ਵਾਟਰ ਅਸੀਂ ਜਾਵਾਂਗੇ ਤਾਂ ਉਦੋਂ ਸਾਨੂੰ ਆਪਣੇ ਨਾਲ ਆਕਸੀਜਨ ਸਿਲੰਡਰਸ ਕੈਰੀ ਕਰਨੇ ਪੈਣਗੇ। ਸੋ ਆਈ ਹੋਪ ਤੁਹਾਨੂੰ ਇਹ ਚੈਪਟਰ ਜਿਹੜਾ ਕੰਪਲੀਟਲੀ ਸਮਝ ਆ ਚੁੱਕਿਆ ਹੋਏਗਾ। ਅਗਰ ਤੁਹਾਨੂੰ ਮੇਰਾ ਪੜ੍ਹਾਉਣ ਦਾ ਮੈਥਡ ਜਾਂ ਮੇਰਾ ਸਮਝਾਉਣ ਦਾ ਮੈਥਡ ਅੱਛਾ ਲੱਗਿਆ ਹੋਵੇ, ਤੁਹਾਨੂੰ ਸਮਝ ਆਇਆ ਗਿਆ ਹੋਵੇ, ਪਲੀਜ਼ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਇਸ ਵੀਡੀਓ ਨੂੰ ਮੈਕਸੀਮਮ, ਤਾਂ ਕਿ ਹਰ ਕੋਈ ਇਸ ਵੀਡੀਓ ਨੂੰ NCERT ਨੂੰ ਪ੍ਰੋਪਰ ਸਮਝ ਸਕੇ। ਔਰ ਅਗਰ ਤੁਸੀਂ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸੁਜੈਸ਼ਨ ਦੇ ਸਕਦੇ ਹੋ। ਅਤੇ ਇਸ ਤੋਂ ਬਾਅਦ ਆਪਾਂ ਹੋਰ ਤੁਹਾਡੇ ਲਈ ਨਵੀਆਂ ਜਿਹੜੀ ਚੈਪਟਰਸ ਨੇ ਉਹਨਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਔਰ ਨੋਟਸ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ, ਤੁਸੀਂ ਇਹਨਾਂ ਨੋਟਸ ਦੀ ਪ੍ਰੋਪਰ ਹੈਲਪ ਲੈ ਸਕਦੇ ਹੋ, ਡਾਇਗਰਾਮਸ ਜਿਹੜੀਆਂ ਪ੍ਰੋਪਰ ਬਣਾ ਸਕਦੇ ਹੋ ਇਹਨਾਂ ਤੋਂ ਦੇਖ ਕੇ। ਸੋ ਆਲ ਦੀ ਬੈਸਟ ਫॉर ਯੂਅਰ ਐਗਜ਼ਾਮਸ, ਆਲ ਦੀ ਬੈਸਟ ਫॉर ਯੂਅਰ ਬਿਊਟੀਫੁਲ ਲਾਈਫ। ਅਤੇ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ। ਕੀਪ ਵਾਚਿੰਗ ਮਾਈ ਚੈਨਲ। ਥੈਂਕ ਯੂ ਸੋ ਮਚ।